ਪਹਿਲਾਂ ਵਾਲੀ ਜ਼ਿੰਦਗੀ ਤੇ ਅੱਜ ਵਾਲੀ ਜ਼ਿੰਦਗੀ ਜੋ ਤੁਸੀਂ ਨਸ਼ੇ ਦੇ ਵਿੱਚ ਸੀਗੇ ਤੇ ਅੱਜ ਵਾਲੀ ਜ਼ਿੰਦਗੀ ਤੇ ਫਰਕ ਕੀ ਦੇਖਦੇ ਹੋ? ਫਰਕ ਤਾਂ ਵੀਰ ਜੀ ਜ਼ਮੀਨ ਤੇ ਅਸਮਾਨ ਦਾ ਫਰਕ ਹੈ। ਪਰਮਾਤਮਾ ਨੇ ਐਸੀ ਸੁਣੀ ਹੈ, ਮੈਨੂੰ ਤਾਂ ਪਤਾ ਹੀ ਨਹੀਂ ਸੀ ਨਸ਼ੇ ਦੇ ਵਿੱਚ ਵੀ ਮੇਰੀ ਇੰਨੀ ਚੰਗੀ ਜ਼ਿੰਦਗੀ ਬਣੂ। ਉਹ ਇੱਕ ਨਰਕ ਦੀ ਜ਼ਿੰਦਗੀ, ਠੀਕ ਹੈ ਨਾ, ਤੇ ਇੱਕ ਉਹ ਜਿਵੇਂ ਕਹਿੰਦੇ ਨਾ ਵੀ ਮਰੇ ਤੋਂ ਬਾਅਦ ਨਰਕ ਸਵਰਗ ਹੁੰਦਾ, ਪਰ ਇੱਥੇ ਉਹ ਚੀਜ਼ ਮੈਨੂੰ ਲੱਗਿਆ। ਤੁਸੀਂ ਇੱਥੇ ਨਰਕ ਦੇਖ ਲਿਆ ਸੀ? ਮੈਂ ਨਰਕ ਦੇਖ ਲਿਆ ਸੀ ਤੇ ਹੁਣ ਜਿਹੜੀ ਪਰਮਾਤਮਾ ਦੀ ਕਿਰਪਾ ਨਾਲ ਮੇਰੀ ਇੱਜ਼ਤ ਹੋ ਰਹੀ ਹੈ, ਮੈਨੂੰ ਵਧੀਆ ਪਿਆਰ ਮਿਲ ਰਿਹਾ ਪੰਜਾਬ ਦਾ, ਬਾਹਰਲੀਆਂ ਕੰਟਰੀਆਂ 'ਚੋਂ ਬਹੁਤ ਵਧੀਆ ਬਾਈ ਜੀ, ਮੈਨੂੰ ਪਰਮਾਤਮਾ ਦੀ ਕਿਰਪਾ ਹੋਈ ਹੈ ਜੀ। ਸ਼ੁਰੂਆਤ ਜੀ ਮੇਰਾ ਤਾਂ ਸ਼ੌਂਕ ਦੇ ਵਿੱਚ ਹੀ ਸ਼ੌਂਕ ਦੇ ਹੋ ਗਈ ਸੀਗੀ, ਮੇਰੀ ਸੰਗਤ ਮਾੜੀ ਹੋ ਗਈ ਸੀ। ਹੁਣ ਮੁੰਡਿਆਂ ਦੇ ਅੱਡੋ ਅੱਡੀ ਇੱਕ ਨਹੀਂ ਹੁੰਦਾ ਵੀ ਸ਼ੌਂਕ 'ਚ ਕਿਸੇ ਦੀ ਕੋਈ ਮਜਬੂਰੀ ਬਣ ਜਾਂਦੀ ਆ, ਕੋਈ ਕਬੱਡੀ ਦੇ ਖਿਡਾਰੀ ਲੱਗ ਜਾਂਦੇ ਆ, ਕੋਈ ਚੜ੍ਹਦੀ ਜਵਾਨੀ 'ਚ ਗਲਤ ਪਾਸੇ ਲੱਗ ਜਾਂਦਾ, ਅੱਡੋ ਅੱਡੀ ਹੋ ਜਾਂਦਾ ਬੰਦਿਆਂ ਦਾ। ਤੇ ਸ਼ੁਰੂਆਤ ਬਾਈ ਜੀ ਮੈਂ 2002 ਦੇ ਵਿੱਚ ਕੀਤੀ, ਸ਼ੀਸ਼ਿਆਂ ਤੋਂ ਸ਼ੁਰੂਆਤ ਕੀਤੀ। ਜਿਵੇਂ ਜਿਵੇਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਬਦਲੀ ਗਿਆ, ਠੀਕ ਹੈ ਨਾ, ਉਵੇਂ ਉਵੇਂ ਮੇਰੇ ਵੀ ਕਿਤੇ ਸਮੈਕ ਆ ਗਈ ਜੀ, 12 ਦੇ ਵਿੱਚ ਚਿੱਟਾ ਆ ਗਿਆ, ਬਸ ਐ ਨਸ਼ਾ ਚੱਲੀ ਗਿਆ ਜੀ ਮੇਰਾ। ਕਈ ਭਰਾਵਾਂ ਦੇ ਮੈਂ ਸੁਣਿਆ ਇੰਟਰਵਿਊਆਂ ਦੇ ਵਿੱਚ, ਉਹ ਫਲਾਨੀ ਚੀਜ਼ ਹੁੰਦੀ ਆ ਉਹਦੇ 'ਚ, ਮੈਨੂੰ ਤਾਂ ਇਹ ਨਹੀਂ ਪਤਾ ਵੀ ਨਸ਼ੇ 'ਚ ਹੁੰਦਾ ਕੀ ਹੈ। ਮੈਂ ਤਾਂ ਇਹ ਸੀ ਵੀ ਨਸ਼ੇ 'ਚ ਨਸ਼ਾ ਹੀ ਹੁੰਦਾ, ਠੀਕ ਹੈ ਨਾ, ਵੀ ਉਦੋਂ ਮੈਂ ਸੋਚਿਆ ਕੁਛ ਨਹੀਂ ਸੀਗਾ ਜੀ। ਬਸ ਉਹ ਤਾਂ ਸਿਰਫ ਸਵੇਰੇ ਨਸ਼ਾ ਚਾਹੀਦਾ ਹੀ ਚਾਹੀਦਾ ਹੁੰਦਾ, ਕਿਹੜੇ ਵੀ ਹਾਲਾਤਾਂ 'ਚੋਂ ਪੈਦਾ ਕਰਨਾ ਹੁੰਦਾ, ਨਸ਼ਾ ਕਰਨਾ ਹੁੰਦਾ। ਦਾਦਾ ਜੀ ਸੀਗੇ ਜਿਹੜੇ, ਉਹ ਪਿਛਲੇ ਟਾਈਮ ਦੇ ਵਿੱਚ ਆ ਕੇ ਦਲ ਦੇ ਨਾਲ ਰਲ ਗਏ, ਉਹ ਸੁੱਖਾ ਪੀਣ ਲੱਗ ਗਏ। ਉਹਨਾਂ ਨੂੰ ਆਪਦੇ ਪੁੱਤ ਮੇਰੇ ਪਾਪਾ ਜੀ ਵਰਗੇ ਨਸ਼ੇ 'ਚ ਲੱਗ ਗਏ, ਤੇ ਉਹਨਾਂ ਨੂੰ ਦੇਖ ਦੇਖ ਕੇ ਮੈਂ ਨਸ਼ੇ 'ਚ ਲੱਗ ਗਿਆ। ਜਦੋਂ ਮੇਰਾ ਪਾਪਾ ਹੀ ਨਸ਼ਾ ਕਰਦਾ ਸੀਗਾ, ਮੈਨੂੰ ਫਿਰ ਡਰ ਕਾਹਦਾ। ਅੱਜ ਵੀ ਮੈਂ ਮਾਵਾਂ ਭੈਣਾਂ ਦੇ ਭਰਾਵਾਂ ਦੇ ਫੋਨ ਆਉਂਦੇ ਆ, ਮੈਂ ਅਗਲੇ ਨੂੰ ਕਹਿੰਦਾ ਪਹਿਲਾਂ ਤੁਸੀਂ ਸੁਧਰੋ, ਤੁਹਾਡਾ ਪੁੱਤ ਫੇਰ ਸੁਧਰੂਗਾ। ਪਿਓ ਨੂੰ ਦੇਖ ਦੇਖ ਕੇ ਪੁੱਤ ਬਾਈ ਜੀ ਨਸ਼ੇ ਤੇ ਲੱਗਦਾ ਹੀ ਲੱਗਦਾ। ਘਰਦਿਆਂ ਨੇ ਕਿਤੇ ਜਾਣਾ ਹੁੰਦਾ, ਯਕੀਨ ਨਹੀਂ ਹੁੰਦਾ ਵੀ ਸਾਡਾ ਪੁੱਤ ਅੱਜ ਨਸ਼ੇ ਤੋਂ ਕਿੱਥੇ ਦਾ ਸਮਾ ਕੇ ਜਾਣਾ ਹੁੰਦਾ ਵੀ ਆ ਤੂੰ, ਤੇਰੇ ਕੋਲੇ ਘਰ ਹੈਗਾ, ਕਿੱਥੇ ਘਰ ਦੇ ਪੁੱਤ ਨੂੰ ਜਿੰਦੇ ਲਾ ਕੇ ਜਾਂਦੇ ਆ ਵੀ ਚੱਕ ਕੇ ਕੁਛ ਵੇਚ ਨਾ ਦੇਵੇ। ਵੇਚਿਆ ਕੁਛ ਨਹੀਂ ਸੀ, ਕਣਕ ਵਗੈਰਾ ਆਮ ਇਹ ਜਿਵੇਂ ਚੱਲਦਾ ਹੁੰਦਾ ਨਸ਼ੇ ਵਾਲੇ ਦਾ, ਕਿਉਂ ਕਿਸੇ ਨੂੰ ਕਿਸੇ ਪੈਸੇ ਦਾ ਹੀਲਾ ਕਰਨਾ ਹੁੰਦਾ, ਉਹ ਸੀਗਾ ਜੀ। ਪਰ ਮੈਂ ਮਾਂ ਪਿਓ ਤੇ ਨਹੀਂ ਬਾਈ ਜੀ, ਅੱਜ ਤੱਕ ਮੇਰੀ ਮੰਮੀ ਮੇਰੇ ਵਿਆਹ ਤੋਂ ਬਾਅਦ ਵੀ ਮੇਰੇ ਲੱਪੜ ਮਾਰ ਲੈਂਦੀ। ਮਾਂ ਹੈ ਜੀ, ਰੱਬ ਦਾ ਰੂਪ ਹੈ, ਮਾਰ ਲਿਆ ਫਿਰ ਕੀ ਹੋ ਗਿਆ, ਜਨਮ ਦਿੱਤਾ ਉਹਨੂੰ ਆਪਾਂ ਨੂੰ। ਪਰ ਆਹ ਮੁੰਡੇ ਜਿਹੜੇ ਆ ਕੇ ਨਾ ਸੋਸ਼ਲ ਮੀਡੀਆ ਤੇ ਕਹੀ ਜਾਂਦੇ ਆ ਮੈਂ ਉਹਦੀ ਮਾਂ ਦੀ ਲੱਤ ਤੋੜਤੀ, ਮੈਂ ਬਾਂਹ ਤੋੜਤੀ, ਮੈਂ ਕਰਤੀ, ਉਹ ਰਿਜ਼ਲਟ ਮਾੜੇ ਜਾ ਰਹੇ ਆ ਜੀ ਛੋਟੇ ਛੋਟੇ ਬੱਚਿਆਂ ਤੇ। ਇਹਨਾਂ ਵੀ ਕਦੇ ਘਟਨਾ ਹੋਈ ਸੀ ਵੀ ਸਿਰੰਜ ਵਿੱਚ ਰਹਿ ਗਈ ਹੋਵੇ? ਹਾਂਜੀ, ਮੇਰੇ ਨਾਲ ਮੇਰੇ ਖੇਤ ਦੇ ਵਿੱਚ ਘਟਨਾ ਹੋਈ ਸੀ। ਮੇਰੇ ਨਾਲ ਦੇ ਜਿਹੜੇ ਮੁੰਡੇ ਸੀਗੇ, ਕੋਈ ਨਹੀਂ ਖੜਦਾ ਹੁੰਦਾ ਬਾਈ ਯਾਰ ਦੋਸਤ, ਕੋਈ ਯਾਰ ਦੋਸਤ ਨਹੀਂ ਖੜੂਗਾ ਤੁਹਾਡੇ ਨਾਲ। ਜਿਹੜੇ ਮੇਰੇ ਨਾਲ 2 ਜਣੇ ਸੀਗੇ ਉਹ ਭੱਜ ਗਏ। ਉਹ ਤਾਂ ਕੁਦਰਤ ਪਰਮਾਤਮਾ ਦੀ, ਮੇਰੇ ਮਾਂ ਪਿਓ ਨੇ ਮੈਨੂੰ ਖੁਰਾਕ ਚੰਗੀ ਲਾ ਲਓ, ਖੁਰਾਕ ਚੰਗੀ ਦੇ ਤੌਰ ਤੇ ਮੈਂ ਬਚ ਗਿਆ। ਜਦੋਂ ਹੋਸ਼ ਆਈ ਮੇਰੇ ਆਸੇ ਪਾਸੇ ਕੋਈ ਵੀ ਨਾ, ਇਕੱਲੀ ਮੇਰੀ ਸਿਰੰਜ ਵਿੱਚ ਪਈ ਸੀਗੀ। ਮੇਰੇ ਸਹੁਰੇ ਲੈ ਵੀ ਗਏ ਸੀਗੇ ਇਹਨਾਂ ਨੂੰ, ਮੇਰੀ ਮੈਸੇਜ ਨੂੰ ਲੈ ਗਏ ਸੀਗੇ ਵੀ ਇੱਕ ਮੇਰਾ ਡਿਵੋਰਸ ਤੱਕ ਦਾ ਆ ਗਿਆ ਸੀਗਾ। ਪਰ ਇਹ ਐਂ ਲਾ ਲਓ ਵੀ ਕੋਈ ਚੰਗੇ ਘਰ ਦੀ ਧੀ ਲਾ ਲਓ, ਹੈ ਨਾ, ਮੇਰੇ ਨਾਲ ਕਿਵੇਂ ਲਾ ਲਓ ਵੀ ਇਹ ਕਹਿੰਦੀ ਮੇਰੇ ਇਸੇ ਘਰੇ ਡੋਲੀ ਆਈ ਹੈ ਤੇ ਇਸੇ ਘਰੋਂ ਮੇਰੀ ਅਰਥੀ ਜਾਊਗੀ। ਮੇਰਾ ਬਹੁਤ ਸਾਥ ਦਿੱਤਾ ਹੈ। ਫਿਰ ਮੈਨੂੰ ਸੈਂਟਰ 'ਚ ਛੱਡਣਾ ਚਾਹਿਆ, ਉਦੋਂ ਵੀ ਸੈਂਟਰ ਵਾਲੇ ਆ ਗਏ, ਮੈਨੂੰ ਕਹਿੰਦੇ ਵੀ ਸੈਂਟਰ ਵਾਲੇ ਆ ਗਏ ਸੁਧਰਨਾ। ਕਿਉਂ ਸੈਂਟਰਾਂ ਦੇ ਵਿੱਚ ਅੱਜ ਕੱਲ੍ਹ ਬਾਈ ਜੀ ਮੈਂ ਬੋਲ ਨਹੀਂ ਸਕਦਾ ਕੁਛ, ਠੀਕ ਹੈ ਨਾ, ਵੀ ਉਹ ਸੈਂਟਰ ਵਾਲੇ ਆ ਗਏ, ਤੁਸੀਂ ਨਿਕਲ ਜਾਓ, ਪਰਮਾਤਮਾ ਨੇ ਚਾਹਿਆ ਤਾਂ ਆਪਾਂ ਸੁਧਰਾਂਗੇ। ਪਰ ਉਹਨੇ ਮੇਰਾ ਐਡਾ ਕੁ ਸਾਥ ਦਿੱਤਾ ਜੀ, ਬਹੁਤ ਸਮਝਾਉਣਾ ਕਰਨਾ। ਜਿੱਥੇ ਵੀ ਕੋਈ ਮੋਟੀਵੇਸ਼ਨ ਫਿਲਮ ਲੱਗਣੀ, ਕਿਤੇ ਵੀ ਸਾਨੂੰ ਪਤਾ ਲੱਗਣਾ ਵੀ ਗੁਰੂ ਘਰ ਦੇ ਵਿੱਚ ਆਹ ਚੀਜ਼ ਹੋ ਰਹੀ ਹੈ, ਕਿਤੇ ਕੋਈ ਪ੍ਰਚਾਰਕ ਲੱਗਿਆ ਸੀ, ਜਾਣਾ ਹੀ ਜਾਣਾ। ਤੇ ਉਹ ਚੀਜ਼ਾਂ ਨਾਲ ਹੌਲੀ ਹੌਲੀ ਜੀ ਮੇਰੀ ਵਾਪਸੀ ਹੋਣ ਲੱਗੀ ਸੀ। ਨਸ਼ੇ ਦੇ ਦੈਂਤ ਨੇ ਕੁੱਖਾਂ ਮਾਵਾਂ ਦੀਆਂ ਕੀਤੀਆਂ ਵੀਰਾਨ ਮਾਲਕਾ, ਚੜ੍ਹਦੀ ਬਰੇਸ ਮੱਚੀ ਸਿਵਿਆਂ ਦੇ ਵਿੱਚ। ਪਹਿਲਾਂ ਵਾਲਾ ਪੰਜਾਬ ਮੁੜ ਆਵੇ, ਤੇਰੇ ਅੱਗੇ ਕਰਦੇ ਆ ਅਰਦਾਸ ਮਾਲਕਾ, ਤੇਰੇ ਅੱਗੇ ਕਰਦੇ ਆ ਅਰਦਾਸ ਮਾਲਕਾ। ਮੈਂ ਸਿਮਰਜੀਤ ਸਧਾਣਾ, ਤੁਸੀਂ ਜੁੜੇ ਹੋ ਪੰਜਾਬ ਨਿਊਜ਼ ਦੇ ਨਾਲ। ਅਸੀਂ ਮੌਜੂਦ ਹਾਂ ਜ਼ਿਲ੍ਹਾ ਬਠਿੰਡਾ ਦੇ ਰਾਮਪੁਰਾ ਦੇ ਵਿੱਚ। ਭੂਮਿਕਾ ਤੋਂ ਪਹਿਲਾਂ ਮੈਂ 17 ਬੋਲੀਆਂ ਨੇ। ਪੰਜਾਬ ਦੇ ਸਾਰੇ ਪਰਿਵਾਰਾਂ ਦੇ ਤਾਂ ਨਹੀਂ, ਪਰ ਅਨੇਕਾਂ ਪਰਿਵਾਰ ਇਹੋ ਜਿਹੇ ਮਿਲ ਜਾਣਗੇ ਜਿਹੜਾ ਨਸ਼ੇ ਦਾ ਸੰਤਾਪ ਹੰਢਾ ਰਹੇ ਆ। ਚੜ੍ਹਦੀ ਜਵਾਨੀ ਸਿਵਿਆਂ ਦੇ ਵਿੱਚ ਮੱਚ ਗਈ ਹੈ। ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਜ਼ਿੰਮੇਵਾਰ ਨੇ, ਸਰਕਾਰਾਂ ਆਉਂਦੀਆਂ ਨੇ, ਸੱਤਾ ਹੱਥੇ ਆਉਂਦੀਆਂ ਨੇ, ਤੇ ਲੋਕ ਉੱਥੇ ਦੇ ਉੱਥੇ ਰਹਿ ਜਾਂਦੇ ਨੇ। ਮੁੱਦੇ ਬਣੇ ਜਾਂਦੇ ਨੇ ਵੋਟਾਂ ਦੇ ਲਈ, ਪਰ ਲੋਕ ਉੱਥੇ ਦੇ ਉੱਥੇ ਰਹਿ ਜਾਂਦੇ ਨੇ। ਕੱਲ ਨਸ਼ੇ ਦੀ ਕਰ ਲਈਏ ਤਾਂ ਮਾਝੇ ਏਰੀਏ ਦੇ ਵਿੱਚ ਸਭ ਤੋਂ ਵੱਧ ਨਸ਼ੇ ਦੇ ਕਾਰਨ ਮੌਤਾਂ ਹੋਈਆਂ ਨੇ। ਅਸੀਂ ਬਠਿੰਡੇ ਦੇ ਵਿੱਚ ਮੌਜੂਦ ਹਾਂ। ਅਨੇਕਾਂ ਭੈਣਾਂ ਦੇ ਸੁਹਾਗ ਤੁਰ ਗਏ, ਅਨੇਕਾਂ ਭੈਣਾਂ ਦੇ ਵੀਰ ਤੁਰ ਗਏ, ਅਨੇਕਾਂ ਮਾਵਾਂ ਦੇ ਪੁੱਤਰ ਤੁਰ ਗਏ। ਅੱਜ ਹਾਲਾਤ ਇਹ ਕਿ ਅਨੇਕਾਂ ਪੰਜਾਬ ਦੇ ਮਾਵਾਂ ਦੀਆਂ ਕੁੱਖਾਂ ਨੇ ਜਿਹੜੀਆਂ ਉਹ ਵੀਰਾਨ ਹੋ ਰਹੀਆਂ ਨੇ, ਸਿਆਸਤ ਦੀ ਭੇਂਟ ਚੜ੍ਹ ਰਹੀਆਂ ਨੇ। ਤਾਂ ਅੱਜ ਤੁਹਾਨੂੰ ਇੱਕ ਇਹੋ ਜਿਹੀ ਸਟੋਰੀ ਅਸੀਂ ਪ੍ਰੇਰਨਾਦਾਇਕ ਸਟੋਰੀਆਂ ਲੈ ਕੇ ਅਸੀਂ ਹਾਜ਼ਰ ਹੁੰਦੇ ਰਹਿੰਦੇ ਹਾਂ। ਤਾਂ ਅੱਜ ਅਸੀਂ ਰਾਮਪੁਰੇ ਦੇ ਵਿੱਚ ਮੌਜੂਦ ਹਾਂ। ਸੁਖਬੀਰ, ਉਹ ਨੌਜਵਾਨ ਜੋ 15-20 ਸਾਲ ਜ਼ਿੰਦਗੀ ਦੇ ਵਿੱਚ ਨਸ਼ਾ ਕੀਤਾ ਤੇ ਅੱਜ ਨਸ਼ੇ ਦੀ ਜ਼ਿੰਦਗੀ 'ਚੋਂ ਵਾਪਸ ਪਰਤੇ ਆ। 15-20 ਸਾਲ ਨਸ਼ਾ ਕੀਤਾ, ਅੱਜ ਨੋਰਮਲ ਜ਼ਿੰਦਗੀ। ਵੱਡੀ ਗੱਲ ਇਹ ਹੈ ਕਿ ਬੋਡੀ ਬਿਲਡਿੰਗ ਕਰ ਰਹੇ ਆ। ਤੁਹਾਡੇ ਨਾਲ ਮੁਲਾਕਾਤ ਕਰਵਾਵਾਂਗੇ। ਸੁਖਬੀਰ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਆ। ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਬਾਈ, ਸਵਾਗਤ ਕਰਦੇ ਹਾਂ। ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬ ਨਿਊਜ਼ ਚੈਨਲ ਦਾ, ਜਿਨ੍ਹਾਂ ਨੇ ਸਾਡੇ ਤੱਕ ਅਪਰੋਚ ਕੀਤੀ।
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸਭ ਤੋਂ ਪਹਿਲਾਂ ਬਾਈ, ਪਹਿਲਾਂ ਵਾਲੀ ਜ਼ਿੰਦਗੀ ਤੇ ਅੱਜ ਵਾਲੀ ਜ਼ਿੰਦਗੀ, ਜੋ ਤੁਸੀਂ ਨਸ਼ੇ ਦੇ ਵਿੱਚ ਸੀਗੇ ਤੇ ਅੱਜ ਵਾਲੀ ਜ਼ਿੰਦਗੀ ਤੇ ਫਰਕ ਕੀ ਦੇਖਦੇ ਹੋ? ਫਰਕ ਤਾਂ ਵੀਰ ਜੀ ਜ਼ਮੀਨ ਤੇ ਅਸਮਾਨ ਦਾ ਫਰਕ ਹੈ। ਪਰਮਾਤਮਾ ਨੇ ਐਸੀ ਸੁਣੀ ਹੈ, ਮੈਨੂੰ ਤਾਂ ਪਤਾ ਹੀ ਨਹੀਂ ਸੀ ਨਸ਼ੇ ਦੇ ਵਿੱਚ ਵੀ ਮੇਰੀ ਇੰਨੀ ਚੰਗੀ ਜ਼ਿੰਦਗੀ ਬਣੂ। ਉਹ ਇੱਕ ਨਰਕ ਦੀ ਜ਼ਿੰਦਗੀ, ਠੀਕ ਹੈ ਨਾ, ਤੇ ਇੱਕ ਉਹ ਜਿਵੇਂ ਕਹਿੰਦੇ ਨਾ ਵੀ ਮਰੇ ਤੋਂ ਬਾਅਦ ਨਰਕ ਸਵਰਗ ਹੁੰਦਾ ਹੈ, ਪਰ ਇੱਥੇ ਉਹ ਚੀਜ਼ ਮੈਨੂੰ ਲੱਗਿਆ ਤੁਸੀਂ ਇੱਥੇ ਨਰਕ ਦੇਖ ਲਿਆ ਸੀ? ਕਿ ਮੈਂ ਨਰਕ ਦੇਖ ਲਿਆ ਸੀ। ਤੇ ਹੁਣ ਜਿਹੜੀ ਪਰਮਾਤਮਾ ਦੀ ਕਿਰਪਾ ਨਾਲ ਮੇਰੀ ਇੱਜ਼ਤ ਹੋ ਰਹੀ ਹੈ, ਮੈਨੂੰ ਵਧੀਆ ਪਿਆਰ ਮਿਲ ਰਿਹਾ ਪੰਜਾਬ ਦਾ, ਬਾਹਰਲੀਆਂ ਕੰਟਰੀਆਂ ਚੋਂ, ਬਹੁਤ ਵਧੀਆ ਬਾਈ ਜੀ, ਮੈਨੂੰ ਪਰਮਾਤਮਾ ਦੀ ਕਿਰਪਾ ਹੋਈ ਹੈ ਜੀ। ਹਾਂਜੀ। ਗੱਲ ਕਰ ਲਈ ਬਾਈ, ਹੁਣ ਕਦੇ ਗੱਲ ਕਰ ਰਹੀ ਹੈ, ਕਦੇ ਮਨ ਡੋਲਿਆ ਤਾਂ ਨਹੀਂ ਕਿਤੇ ਹੁਣ? ਨਹੀਂ ਬਾਈ ਜੀ, ਮੈਂ ਪਈ ਮੇਰਾ ਸਰੀਰ ਨੂੰ ਸ਼ੌਂਕ ਹੋ ਗਿਆ ਮੇਰਾ। ਜਿਵੇਂ ਮੈਂ ਚੈਨਲਾਂ ਤੇ ਅੱਗੇ ਵੀ ਬਹੁਤ ਚੈਨਲਾਂ ਤੇ ਮੇਰੀਆਂ ਸਟੋਰੀਆਂ ਆ ਚੁੱਕੀਆਂ ਨੇਗੀਆਂ, ਉਹਦੇ ਕਰਕੇ ਇੱਕ ਮੈਨੂੰ ਇਹ ਲੱਗਿਆ, ਮੈਨੂੰ ਬਹੁਤ ਫਾਇਦਾ ਹੋਇਆ ਸੋਸ਼ਲ ਮੀਡੀਆ ਤੇ ਆਉਣ ਦਾ, ਕਿਉਂ ਮੇਰੇ ਤੇ ਸਾਰਿਆਂ ਦੀ ਅੱਖ ਹੋ ਗਈ। ਪਹਿਲਾਂ ਵੀ ਮੈਂ ਨਸ਼ਾ ਇੱਕ ਦੋ ਵਾਰੀ ਛੱਡ ਚੁੱਕਿਆ ਸੀ। ਉਹ ਸਭ ਤੋਂ ਵੱਡੀ ਸਮਾਜ ਮੰਨਦਾ ਨਹੀਂ ਸੀ। ਅੱਜ ਵੀ ਮੁੰਡਿਆਂ ਦੇ ਫੋਨ ਆਉਂਦੇ, ਬਾਈ ਸਮਾਜ ਨਹੀਂ ਮੰਨਦਾ, ਉਹ ਦੁਬਾਰੇ ਲੱਗ ਜਾਂਦੇ ਆ। ਇਹ ਸੋਸ਼ਲ ਮੀਡੀਆ ਤੇ ਆਉਣ ਦਾ ਕਾਰਨ ਬਹੁਤ ਵਧੀਆ ਜੀ ਮੈਨੂੰ। ਇਹਦੇ ਕਰਕੇ ਹੁਣ ਮੈਨੂੰ ਐਂ ਲੱਗਦਾ ਵੀ ਮੈਂ ਉਧਰ ਮਨ 'ਚ ਥੋਟ ਵੀ ਆਉਂਦਾ ਵੀ ਆਪਾਂ ਕਿੱਡੇ ਕਿੱਡੇ ਵਾਅਦੇ ਕਰੀ ਬੈਠੇ ਆ, ਮੈਂ ਕੀ ਖੇਡ ਕੇ ਦਿਖਾਉਣਾ, ਸਰੀਰ ਕਿੱਡਾ ਸ਼ੌਂਕ ਪਿਆ ਜੀ। ਨਹੀਂ, ਹੁਣ ਨਹੀਂ ਦੁਬਾਰੇ ਇਹੋ ਜਿਹੀ ਚੀਜ਼ ਦਾ ਆਇਆ ਜੀ। ਗੱਲ ਕਰ ਲਈਏ ਬਾਈ, ਸ਼ੁਰੂਆਤ ਤੋਂ ਗੱਲ ਕਰਦੇ ਆ। ਨਸ਼ੇ ਦੀ ਸ਼ੁਰੂਆਤ ਕਿਵੇਂ ਹੋਈ ਤੇ ਸਭ ਤੋਂ ਪਹਿਲਾਂ ਕਿਹੜੇ ਨਸ਼ੇ ਦੀ ਸ਼ੁਰੂਆਤ ਹੋਈ? ਨਸ਼ੇ ਦੀ ਬਾਈ ਸ਼ੁਰੂਆਤ ਜੀ ਮੇਰਾ ਤਾਂ ਸ਼ੌਂਕ ਦੇ ਵਿੱਚ ਹੀ ਸ਼ੌਂਕ ਦੇ ਹੋ ਗਈ ਸੀਗੀ। ਮੇਰੀ ਸੰਗਤ ਮਾੜੀ ਹੋ ਗਈ ਸੀ। ਹੁਣ ਮੁੰਡਿਆਂ ਦੇ ਅੱਡੋ ਅੱਡੀ ਇੱਕ ਨਹੀਂ ਹੁੰਦਾ ਵੀ ਸ਼ੌਂਕ 'ਚ ਹੀ ਕਿਸੇ ਦੀ ਕੋਈ ਮਜਬੂਰੀ ਬਣ ਜਾਂਦੀ ਆ, ਕੋਈ ਕਬੱਡੀ ਦੇ ਖਿਡਾਰੀ ਲੱਗ ਜਾਂਦੇ ਆ, ਕੋਈ ਚੜ੍ਹਦੀ ਜਵਾਨੀ 'ਚ ਗਲਤ ਪਾਸੇ ਲੱਗ ਜਾਂਦਾ, ਉਹ ਅੱਡੋ ਅੱਡੀ ਹੋ ਜਾਂਦਾ ਬੰਦਿਆਂ ਦਾ। ਤੇ ਸ਼ੁਰੂਆਤ ਬਾਈ ਜੀ ਮੈਂ 2002 ਦੇ ਵਿੱਚ ਕੀਤੀ, ਸ਼ੀਸ਼ਿਆਂ ਤੋਂ ਸ਼ੁਰੂਆਤ ਕੀਤੀ। ਜਿਵੇਂ ਜਿਵੇਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਬਦਲੀ ਗਿਆ, ਠੀਕ ਹੈ ਨਾ, ਉਵੇਂ ਉਵੇਂ ਮੇਰੇ ਵੀ ਕਿਤੇ ਸਮੈਕ ਆ ਗਈ ਜੀ। 12 ਦੇ ਵਿੱਚ ਚਿੱਟਾ ਆ ਗਿਆ, ਬਸ ਐ ਨਸ਼ਾ ਚੱਲੀ ਗਿਆ ਜੀ ਮੇਰਾ। 12 ਦੇ ਵਿੱਚ ਚਿੱਟੇ ਨਾਲ ਤੁਸੀਂ ਜਿਹੜਾ ਚਿੱਟੇ ਦੀ ਡੋਜ਼ ਲਈ ਆ? ਹਾਂਜੀ, 12 ਦੇ ਵਿੱਚ ਮੈਂ ਬਾਈ ਜੀ ਚਿੱਟੇ ਦੀ ਡੋਜ਼ ਮੈਂ ਇੱਕੇਦਮ ਹੀ ਉਹ ਇੰਜੈਕਟ ਕਰਨ ਲੱਗ ਗਿਆ ਸੀਗਾ ਆਪਦੇ। ਹਜੇ ਵੀ ਮੇਰੇ ਆ ਵੇਖੋ ਆ ਦਾਗ ਨੇਗੇ ਉਹ ਚੀਜ਼ਾਂ ਦੇ, ਠੀਕ ਹੈ ਨਾ, ਵੀ ਉਹ ਬਸ ਨਰਕ ਦੀ ਜ਼ਿੰਦਗੀ ਬਾਈ ਯਾਦ ਆ ਜਾਂਦੀ। ਅੱਜ ਵੀ ਮੇਰਾ ਸਰੀਰ ਕੰਮ ਜਾਂਦਾ ਵੀ ਕਿਹੋ ਜਿਹੇ ਨਰਕ ਸੀ ਉਹਦੇ ਵਿੱਚ। ਮੈਂ ਆਪਦੀ ਬਾਂਹ ਤੜਾ ਲਈ, ਲੱਤ ਤੜਾ ਲਈ ਜੀ, ਠੀਕ ਹੈ ਨਾ, ਆਪਦਾ ਸਿਰ ਸੁਰ ਪੜਵਾ ਕੇ ਬਹੁਤ ਨੁਕਸਾਨ ਕਰਾ ਲਿਆ ਜੀ ਮੈਂ ਨਸ਼ੇ 'ਚ। ਕਦੇ ਇਹ ਨਹੀਂ ਲੱਗਾ ਵੀ ਜ਼ਿੰਦਗੀ ਦੇ ਵਿੱਚ ਕਦੇ ਇਕੱਲੇ ਬੈਠੇ ਹੋਵੋ, ਸੋਚਣ ਦਾ ਮੌਕਾ ਮਿਲਿਆ ਹੋਵੇ ਪਹਿਲਾਂ ਵੀ ਯਾਰ ਕਿੱਧਰ ਨੂੰ ਜਾ ਰਹੇ ਆ ਆਪਾਂ, ਜ਼ਿੰਦਗੀ ਦਾ ਮੇਨ ਮਨੋਰਥ ਭੁੱਲ ਕੇ ਕਦੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਸੀ ਆਈ? ਨਹੀਂ ਬਾਈ ਜੀ, ਨਸ਼ੇ ਦੇ ਵਿੱਚ ਤਾਂ ਨਹੀਂ ਸੀ ਕਿਤੇ ਆਈ। ਅੱਜ ਕੱਲ੍ਹ ਮੁੰਡੇ ਨਾ ਉਹ ਇੱਕ ਜਿਵੇਂ ਕਹਿ ਦਿੰਦੇ ਆ ਨਸ਼ਿਆਂ ਦੇ ਉੱਤੇ ਕੋਈ ਉਹ ਕਰ ਲਾਂਦੇ ਵੀ ਇਹਦੇ ਵਿੱਚ ਆਹ ਕੈਮੀਕਲ ਹੁੰਦਾ ਜੀ। ਉਹ ਨਸ਼ੇ ਵਾਲਾ ਤਾਂ ਇੰਨਾ ਪਤਾ ਹੀ ਨਹੀਂ ਹੁੰਦਾ ਵੀ ਇਹਦੇ ਵਿੱਚ ਹੁੰਦਾ। ਉਹ ਤਾਂ ਸਿਰਫ ਨਸ਼ਿਆਂ ਦਾ ਹੁੰਦਾ ਵੀ ਨਸ਼ਾ ਹੋਣਾ ਚਾਹੀਦਾ ਇਹਦੇ 'ਚ। ਉਹੀ ਥੋੜ੍ਹੀ ਲੈਬੋਰਟਰੀਆਂ 'ਤੇ ਜਾ ਕੇ ਹੁਣ ਕਈ ਭਰਾਵਾਂ ਦੇ ਮੈਂ ਸੁਣਿਆ ਇੰਟਰਵਿਊਆਂ ਦੇ ਵਿੱਚ, ਉਹ ਫਲਾਨੀ ਚੀਜ਼ ਹੁੰਦੀ ਆ ਉਹਦੇ 'ਚ। ਮੈਨੂੰ ਤਾਂ ਇਹ ਨਹੀਂ ਪਤਾ ਵੀ ਨਸ਼ੇ 'ਚ ਹੁੰਦਾ ਕੀ ਹੈ। ਮੈਨੂੰ ਤਾਂ ਇਹ ਸੀ ਵੀ ਨਸ਼ੇ 'ਚ ਨਸ਼ਾ ਹੀ ਹੁੰਦਾ, ਠੀਕ ਹੈ ਨਾ। ਵੀ ਉਦੋਂ ਮੈਂ ਸੋਚਿਆ ਕੁਛ ਨਹੀਂ ਸੀਗਾ ਜੀ, ਬਸ ਉਹ ਤਾਂ ਸਿਰਫ ਸਵੇਰੇ ਨਸ਼ਾ ਚਾਹੀਦਾ ਹੀ ਚਾਹੀਦਾ ਹੁੰਦਾ। ਕਿਹੜੇ ਵੀ ਹਾਲਾਤਾਂ 'ਚੋਂ ਪੈਦਾ ਕਰਨਾ ਹੁੰਦਾ, ਨਸ਼ਾ ਕਰਨਾ ਹੁੰਦਾ। ਤੇ ਨਸ਼ੇ ਵਾਲੇ ਦਾ ਦਿਮਾਗ ਇੰਨਾ ਕੁ ਜ਼ਿਆਦਾ ਦਿਮਾਗ ਚੱਲਦਾ ਹੁੰਦਾ ਹੈ, ਘਰਦਿਆਂ ਨੂੰ ਇੰਨਾ ਸੱਚ, ਸਮਾਜ ਨੂੰ ਇੰਨਾ ਸੱਚਾ ਬਣ ਜਾਂਦਾ ਹੈ ਵੀ ਇਹਦੇ ਵਰਗਾ ਤਾਂ ਕੋਈ ਹੈ ਹੀ ਨਹੀਂ। ਕਿਉਂ? ਪੈਸਿਆਂ ਦੀ ਲੋੜ ਹੁੰਦੀ ਹੈ, ਪੈਸੇ ਚਾਹੀਦੇ ਹੁੰਦੇ ਆ ਨਸ਼ੇ ਵਾਲੇ ਬੰਦੇ ਨੂੰ। ਉਹ ਕਿਵੇਂ ਨਾ ਕਿਵੇਂ ਬਹਾਨੇ ਮਾਰ ਕੇ ਪੈਸੇ ਬੰਦਾ ਕਰ ਹੀ ਲੈਂਦਾ ਜੀ। ਘਰਦਿਆਂ ਨੂੰ ਬਾਈ ਫਿਰ ਕਦੋਂ ਪਤਾ ਲੱਗਦਾ ਕਿ ਜਿਹੜਾ ਸਾਡਾ ਪੁੱਤ ਹੈ ਉਹ ਨਸ਼ੇ ਦੀ ਦਲਦਲ ਦੇ ਵਿੱਚ ਧੱਸਦਾ ਜਾ ਰਿਹਾ ਹੈ? ਉਹ ਦਲਦਲ ਜੋ ਕਦੋਂ ਪਰਤਣਾ ਜਿਹਦੇ ਵਿੱਚੋਂ ਬਹੁਤ ਔਖਾ ਹੈ। ਮੈਂ ਕਹਿੰਦਾ ਵੀ 15 ਤੋਂ 20% ਹੀ ਨੌਜਵਾਨ ਪਰਤਿਆ, ਨਹੀਂ ਤਾਂ ਕਦੇ ਪਰਤੇ ਨਹੀਂ। ਹਾਂਜੀ ਬਾਈ ਜੀ, ਇਹ ਘਰਦਿਆਂ ਨੂੰ ਮੇਰਿਆਂ ਨੂੰ ਪਤਾ ਲੱਗਿਆ ਜੀ ਵੀ 2002 ਦੇ ਵਿੱਚ ਮੈਂ ਨਸ਼ੇ 'ਚ ਲੱਗ ਗਿਆ ਸੀਗਾ। ਉਦੋਂ ਬਾਅਦ ਵੀ 2 ਤੋਂ ਸਾਲ ਕੁ ਤਾਂ ਨਹੀਂ ਮੈਂ ਪਤਾ ਲੱਗਣ ਦਿੱਤਾ। ਸਾਲ ਕੁ ਤਾਂ ਕਿਉਂ ਨੋਰਮਲੀ ਕਰਦਾ ਰਹਿੰਦਾ। ਮੁੜ ਕੇ ਮੈਂ ਖੇਤੀ ਦੇ ਵਿੱਚ ਪੈ ਗਿਆ। ਖੇਤੀ 'ਚੋਂ ਬਸ ਖੇਤ ਇੱਕ ਖੁੱਲ੍ਹਾ ਹੋ ਗਿਆ ਮੇਰੇ ਕੋਲੇ, ਕਬੀਲਦਾਰੀ ਮੇਰੇ ਕੋਲੇ ਹੋ ਗਈ, ਸਾਰਾ ਕੁਝ ਮੈਨੂੰ ਪਤਾ ਨਹੀਂ ਲੱਗਿਆ। ਜੋ ਘਰਦਿਆਂ ਨੂੰ ਕੋਈ ਕਿਹਾ ਜਿਹਾ ਸਮਾਜ ਦੇ ਆ ਕੇ ਆਂਢ ਗੁਆਂਢ ਕਿਹਾ ਕਰੇ ਵੀ ਤੁਹਾਡਾ ਪੁੱਤ ਨਸ਼ੇ 'ਚ ਲੱਗ ਗਿਆ, ਉਹ ਬਸ ਇਹ ਹੋ ਜਾ ਕਰੇ ਨਹੀਂ ਸਾਡਾ। ਕਿਉਂ? ਅੱਜ ਕੱਲ੍ਹ ਮਾਵਾਂ ਭੈਣਾਂ ਨੂੰ ਵੀ ਇਹੀ ਹੈ ਵੀ ਨਹੀਂ ਸਾਡਾ ਨਹੀਂ ਲੱਗਿਆ ਹੋਣਾ, ਸਾਡਾ ਕਿਵੇਂ? ਕਿਉਂ? ਬਾਪ ਦੇ ਧੀ ਪੁੱਤ ਯਕੀਨ ਹੀ ਇੰਨਾ ਹੁੰਦਾ। ਪਰ ਜਦੋਂ ਪਤਾ ਲੱਗਿਆ ਜੀ, ਉਦੋਂ ਬਸ ਉਹਨਾਂ ਨੂੰ ਵੀ ਇਹ ਹੋ ਗਿਆ ਵੀ ਸਾਡਾ ਪੁੱਤ ਕਿੱਧਰ ਨੂੰ। ਬਹੁਤ ਮੈਂ ਇਹਨੂੰ ਕਬੱਡੀ ਦਾ ਸ਼ੌਂਕ ਸੀਗਾ ਜੀ, 48 ਕਿਲੋ ਮੈਂ 50 ਕਿਲੋ ਕਬੱਡੀ ਖੇਡਦਾ ਸੀ। ਸਰੀਰ ਦਾ ਮੈਨੂੰ ਸਾਂਭਣ ਦਾ ਸ਼ੁਰੂ ਤੋਂ ਹੀ ਸ਼ੌਂਕ ਸੀਗਾ, ਪਰ ਘਰਦਿਆਂ ਨੂੰ ਯਕੀਨ ਨਹੀਂ ਸਾਡਾ ਪੁੱਤ ਇੱਧਰਲੇ ਪਾਸੇ ਪੈ ਜਾਊ। ਪਰ ਉਹ ਮੇਰੀ ਸੰਗਤ ਮਾੜੀ ਹੋ ਗਈ ਜੀ, ਸੰਗਤ ਮਾੜੀ। ਪਿਓ ਦਾ ਬਾਈ ਡਰ ਸਭ ਤੋਂ ਵੱਡਾ ਹੁੰਦਾ ਪਰਿਵਾਰ ਦੇ ਵਿੱਚ, ਉਹਨਾਂ ਨੇ ਕਦੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੁਹਾਨੂੰ? ਨਹੀਂ ਬਾਈ ਜੀ, ਇਹ ਨਾ ਮੈਂ ਛੋਟੀ ਜਿਹੀ ਆਪਦੇ ਪਰਿਵਾਰ ਦਾ ਪਿਛੋਕੜ ਵੀ ਦੱਸਣਾ ਚਾਹੁੰਦਾ ਹੈਗਾ। ਮੇਰੇ ਪਰਿਵਾਰ ਦੇ ਵਿੱਚ ਮੇਰੇ ਪੜਦਾਦਾ ਜੀ ਮੈਜਿਸਟ੍ਰੇਟ ਸੀਗੇ। ਸਾਡੇ ਕੋਲੇ ਕਾਂਗਰਸ ਦੀ ਟਿਕਟ ਵੀ ਰਹੀ ਆ, ਅਸੀਂ ਸਰਪੰਚੀਆਂ ਵੀ ਕੀਤੀਆਂ। ਪਰ ਮੇਰੇ ਦਾਦਾ ਜੀ ਸੀਗੇ ਜਿਹੜੇ, ਉਹ ਪਿਛਲੇ ਟਾਈਮ ਦੇ ਵਿੱਚ ਆ ਕੇ ਦਲ ਦੇ ਨਾਲ ਰਲ ਗਏ। ਉਹ ਸੁੱਖਾ ਪੀਣ ਲੱਗ ਗਏ। ਉਹਨਾਂ ਨੂੰ ਆਪਦੇ ਪੁੱਤ ਮੇਰੇ ਪਾਪਾ ਜੀ ਵਰਗੇ ਨਸ਼ੇ 'ਚ ਲੱਗ ਗਏ ਤੇ ਉਹਨਾਂ ਨੂੰ ਦੇਖ ਦੇਖ ਕੇ ਮੈਂ ਨਸ਼ੇ 'ਚ ਲੱਗ ਗਿਆ। ਜਦੋਂ ਮੇਰਾ ਪਾਪਾ ਹੀ ਨਸ਼ਾ ਕਰਦਾ ਸੀਗਾ, ਮੈਨੂੰ ਫਿਰ ਡਰ ਕਾਹਦਾ। ਅੱਜ ਵੀ ਮੈਂ ਮਾਵਾਂ ਭੈਣਾਂ ਦੇ ਭਰਾਵਾਂ ਦੇ ਫੋਨ ਆਉਂਦੇ ਆ, ਮੈਂ ਅਗਲੇ ਨੂੰ ਕਹਿੰਦਾ ਨਾ ਪਹਿਲਾਂ ਤੁਸੀਂ ਸੁਧਰੋ, ਤੁਹਾਡਾ ਪੁੱਤ ਫੇਰ ਸੁਧਰੂਗਾ। ਪਿਓ ਨੂੰ ਦੇਖ ਦੇਖ ਕੇ ਪੁੱਤ ਬਾਈ ਜੀ ਨਸ਼ੇ ਤੇ ਲੱਗਦਾ ਹੀ ਲੱਗਦਾ। ਹੱਥ ਨੇ ਕਹਿ ਦਿੰਦੇ ਅਸੀਂ ਤਾਂ ਬਾਈ ਇਕੱਲਾ ਇਹ ਨਸ਼ਾ ਕਰਦਾ ਹੈ, ਅਸੀਂ ਤਾਂ ਇਹਦੇ ਗਮ ਦੇ ਵਿੱਚ ਪੈਗ ਲਾਉਂਦੇ ਹਾਂ। ਚਲੋ ਸਵਾਲ ਤੁਹਾਡਾ ਹੋਰ ਸੀ, ਵਿੱਚ ਹੋਰ ਕਰੀਏ ਨਾ ਵੀ ਇਹਦੇ ਗਮ ਦੇ ਵਿੱਚ ਪੈਗ ਲਾਉਂਦੇ ਹਾਂ। ਉਹਨੂੰ ਛੱਡੀ ਤਾਂ ਉਹਨਾਂ ਤੋਂ ਆਪ ਤੋਂ ਨਹੀਂ ਜਾਂਦੀ, ਉਹ ਪੁੱਤ ਦਾ ਬਹਾਨਾ ਬਣਾ ਦਿੰਦਾ, ਠੀਕ ਹੈ ਨਾ। ਉਹ ਫਿਰ ਮੁੰਡਾ ਵੀ ਮੇਰਾ ਪਾਪਾ ਦਾ ਪੈਗ ਲਾਉਂਦਾ, ਯਾਰ ਮੈਂ ਵੀ ਕਰਾਂ।
ਠੀਕ ਹੈ ਨਾ, ਇਹ ਚੀਜ਼ਾਂ ਹੋਣ ਲੱਗ ਨਸ਼ੇ ਗਈਆਂ। ਦੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਬਹੁਤ ਕੁਝ ਕਰਨਾ ਪੈਂਦਾ ਨਸ਼ੇ ਦੇ ਲਈ, ਤੁਸੀਂ ਵੀ ਘਰ ਦੇ ਕਦੇ ਭਾਂਡੇ ਵਿੱਚ ਹੀ ਹੋਣ ਜਾਂ ਮਾਪਿਓ ਨਾਲ ਧੱਕਾ ਕੀਤਾ ਹੋਵੇ, ਕਦੇ ਹੋਇਆ ਜ਼ਿੰਦਗੀ ਦੇ ਵਿੱਚ? ਨਹੀਂ ਬਾਈ ਜੀ, ਇੱਕ ਨਾ ਮੈਂ ਹੋਰ ਵੀ ਦੱਸਣਾ ਚਾਹੁੰਦਾ ਭਰਾਵਾਂ ਦੀਆਂ ਸਟੋਰੀਆਂ 'ਚ ਕੋਈ ਕਹਿੰਦਾ ਮੈਂ ਆਪਦੀ ਮਾਂ ਦੀ ਲੱਤ ਤੋੜਤੀ, ਬਾਂਹ ਤੋੜਤੀ, ਮੈਨੂੰ ਇਹੋ ਜਿਹੇ ਸੰਸਕਾਰ ਨਹੀਂ ਮਿਲੇ ਜੀ। ਡਰ ਸੀਗਾ ਮੇਰੇ ਮਾਪਿਓ ਦਾ, ਠੀਕ ਹੈ ਨਾ, ਪਰ ਬਾਹਰੇ ਬਾਹਰ ਮੈਂ ਬਹੁਤ ਕੁਛ ਕੀਤਾ। ਮੈਂ ਵੀ ਹਫ਼ਤਾ ਵਗੈਰਾ ਅਸੀਂ ਥੋੜ੍ਹਾ ਜਿਹਾ ਲੜਾਈ ਪੜ੍ਹਾਈ ਵਾਲੇ ਮੁੰਡਿਆਂ ਨਾਲ ਰਹਿਣ ਲੱਗ ਗਏ। ਮੇਰੇ ਆੜ੍ਹਤੀਏ ਤੋਂ ਪੈਸੇ ਲੈਣੇ, ਡਰਾ ਧਮਕਾ ਕੇ ਲੈ ਲੈਣੇ, ਠੀਕ ਹੈ ਨਾ, ਵੀ ਉਹ ਚੀਜ਼ਾਂ ਸੀਗੀਆਂ। ਪਰ ਮੈਂ ਅੱਜ ਤੱਕ ਆਪਦੀ ਘਰ ਦੇ ਵਿੱਚ ਨਸ਼ੇ ਵਾਲੇ ਬੰਦੇ ਦੀ ਹਰੇਕ ਦੀ ਕਹਾਣੀ ਹੈ ਜੀ। ਘਰ ਦੇ ਵਿੱਚ ਕਣਕਾਂ ਵਾਲੇ ਢੋਲਾਂ ਨੂੰ ਜਿੰਦੇ ਤੱਕ ਲੱਗ ਜਾਂਦੇ ਆ। ਮੇਰੇ ਵੀ ਲੱਗੇ ਸੀਗੇ, ਮੈਂ ਝੂਠ ਨਹੀਂ ਮਾਰਦਾ, ਮੇਰੇ ਵੀ ਲੱਗੇ ਸੀਗੇ, ਠੀਕ ਹੈ ਨਾ। ਘਰਦਿਆਂ ਨੇ ਕਿਤੇ ਜਾਣਾ ਹੁੰਦਾ, ਯਕੀਨ ਨਹੀਂ ਹੁੰਦਾ ਵੀ ਸਾਡਾ ਪੁੱਤ ਅੱਜ ਨਸ਼ੇ ਤੋਂ ਕਿੱਥੇ ਦਾ ਸਮਾ ਕੇ ਜਾਣਾ ਹੁੰਦਾ ਵੀ ਆ ਤੂੰ ਤੇਰੇ ਕੋਲੇ ਘਰ ਹੈਗਾ, ਕਿੱਥੇ ਘਰ ਦੇ ਪੁੱਤ ਨੂੰ ਜਿੰਦੇ ਲਾ ਕੇ ਜਾਂਦੇ ਆ ਵੀ ਚੱਕ ਕੇ ਕੁਛ ਵੇਚ ਨਾ ਦੇਵੇ। ਵੇਚਿਆ ਕੁਛ ਨਹੀਂ ਸੀ, ਕਣਕ ਵਗੈਰਾ ਆਮ ਇਹ ਜਿਵੇਂ ਚੱਲਦਾ ਹੁੰਦਾ ਨਸ਼ੇ ਵਾਲੇ ਦਾ, ਕਿਉਂ ਕਿਸੇ ਨੂੰ ਕਿਸੇ ਪੈਸੇ ਦਾ ਹੀਲਾ ਕਰਨਾ ਹੁੰਦਾ, ਉਹ ਸੀਗਾ ਜੀ। ਪਰ ਮੈਂ ਮਾਂ ਪਿਓ ਤੇ ਨਹੀਂ ਬਾਈ ਜੀ ਅੱਜ ਤੱਕ। ਮੇਰੀ ਮੰਮੀ ਮੇਰੇ ਵਿਆਹ ਤੋਂ ਬਾਅਦ ਵੀ ਮੇਰੇ ਲੱਪੜ ਮਾਰ ਲੈਂਦੀ, ਮਾਂ ਹੈ ਜੀ, ਰੱਬ ਦਾ ਰੂਪ ਹੈ, ਮਾਰ ਲਿਆ ਫਿਰ ਕੀ ਹੋ ਗਿਆ, ਜਨਮ ਦਿੱਤਾ ਉਹਨੂੰ ਆਪਾਂ ਨੂੰ। ਪਰ ਆਹ ਮੁੰਡੇ ਜਿਹੜੇ ਆ ਕੇ ਨਾ ਸੋਸ਼ਲ ਮੀਡੀਆ ਤੇ ਕਹੀ ਜਾਂਦੇ ਆ ਮੈਂ ਆਪਦੀ ਮਾਂ ਦੀ ਲੱਤ ਤੋੜਤੀ, ਮੈਂ ਬਾਂਹ ਤੋੜਤੀ, ਮੈਂ ਕਰਤੀ, ਉਹ ਰਿਜ਼ਲਟ ਮਾੜੇ ਜਾ ਰਹੇ ਆ ਜੀ ਛੋਟੇ ਛੋਟੇ ਬੱਚਿਆਂ ਤੇ। ਪਰਿਵਾਰ ਦੇ ਵਿੱਚ ਬਈ ਉਸ ਟਾਈਮ ਦੇ ਵਿੱਚ ਪਰਿਵਾਰਕ ਮੈਂਬਰ ਕੌਣ ਕੌਣ ਸੀ? ਪਰਿਵਾਰਕ ਮੈਂਬਰ ਬਾਈ ਜੀ ਮੈਂ ਸੀ, ਮੇਰੇ ਮੰਮੀ ਪਾਪਾ ਸੀਗੇ, ਮੇਰੇ ਸਿਸਟਰ ਸੀਗੇ, ਉਹਨਾਂ ਦੀ ਬਾਅਦ ਦੇ ਵਿੱਚ ਮੈਰਿਜ ਹੋ ਗਈ। ਭੈਣ ਥੋੜ੍ਹਾ ਜਿਹਾ ਮੈਨੂੰ ਰੋਕਣ ਵਾਲੇ ਸੀ, ਜਦੋਂ ਉਹਨਾਂ ਦੀ ਮੈਰਿਜ ਹੋ ਗਈ ਉਸ ਤੋਂ ਬਾਅਦ ਮੈਨੂੰ ਥੋੜ੍ਹੀ ਜਿਹੀ ਹੋਰ ਖੁੱਲ੍ਹ ਹੋ ਗਈ, ਠੀਕ ਹੈ ਨਾ, ਕਿਉਂ ਮੰਮੀ ਪਾਪਾ ਸੀ ਉਹ ਘਰੇ ਇਕੱਲੇ ਹੁੰਦੇ, ਮੈਂ ਕਿੱਥੇ ਦਬਾਲ ਸੀ ਕਿਸੇ ਨੂੰ, ਠੀਕ ਹੈ ਨਾ, ਕਿਉਂ ਭੈਣ ਪੜ੍ਹਨ ਜਾਂਦੇ, ਉਹਨਾਂ ਨੂੰ ਬਾਹਰੋਂ ਵੀ ਪਤਾ ਲੱਗਦਾ ਵੀ ਸੁਖਬੀਰ ਅੱਜ ਆਏ ਆ, ਉਹਨਾਂ ਦੀਆਂ ਸਹੇਲੀਆਂ ਗਾਹਾਂ ਭਰਾ ਉਹਨਾਂ ਦੇ ਦੱਸਦੇ ਕਰਦੇ, ਤੇ ਮੈਨੂੰ ਘਰੇ ਝੜਕ ਪੈਂਦੀ। ਜਦੋਂ ਭੈਣ ਵਿਆਹੇ ਗਏ ਉਸ ਤੋਂ ਬਾਅਦ ਜੀ ਮੈਨੂੰ ਹੋਰ ਵੀ ਖੁੱਲ੍ਹ ਹੋ ਗਈ, ਤੇ 2009 ਦੇ ਵਿੱਚ ਬਾਈ ਜੀ ਮੇਰੀ ਮੈਰਿਜ ਹੋਈ ਸੀਗੀ। ਜਦੋਂ ਮੈਰਿਜ ਹੋਈ ਉਦੋਂ ਤੁਸੀਂ ਨਸ਼ੇ ਦੇ ਵਿੱਚ ਸੀਗੇ? ਹਾਂਜੀ ਬਾਈ ਜੀ, ਉਦੋਂ ਬਸ ਇੱਕ ਬਹਾਨਾ ਬਣਾ ਲਾਂਦੇ ਆ, ਘਰਦਿਆਂ ਨੂੰ ਕਹਿ ਦਿੰਦਾ ਵੀ ਮੈਨੂੰ ਫੀਮ ਲਿਆ ਦਿਓ ਮੈਂ ਹਟ ਜੂੰਗਾ। ਅੱਜ ਵੀ ਉਹੀ ਮੁੰਡਿਆਂ ਦੇ ਵਿੱਚ ਰੁਝਾਨ ਹੈ ਵੀ ਵੱਡਾ ਨਸ਼ਾ ਛੱਡੋ, ਤੁਸੀਂ ਛੋਟੇ ਤੇ ਲੱਗ ਜਾਓ। ਭੁੱਕੀ ਲਿਆਤੀ, ਉਹ ਘਰੇ ਰੱਖ ਲਿਆ ਕੇ, ਉਹ ਘਰਦਿਆਂ ਦੇ ਸਾਹਮਣੇ ਇੱਕ ਸੱਚਾ ਹੋ ਜਾਣਾ ਬੰਦੇ ਨੇ ਵੀ ਮੈਂ ਨਸ਼ਾ ਭੁੱਕੀ ਜਾਂ ਫੀਮ ਕਰਦਾ। ਪਰ ਉਹ ਭਾਵੇਂ 10 ਮਿੰਟ ਹੀ ਬਾਹਰ ਜਾਂਦਾ, 10 ਮਿੰਟ ਉਹ ਬੰਦੇ ਬਾਹਰ ਖੜੇ ਹੁੰਦੇ ਆ ਨਸ਼ੇ ਦੇਣ ਵਾਲੇ ਵੀ ਆ ਜਾ ਕਰਕੇ, ਘਰੇ ਫੇਰ ਯਕੀਨ ਉਹੀ ਹੋ ਜਾਂਦਾ। ਉਦੋਂ ਮੈਂ ਥੋੜ੍ਹਾ ਜਿਹਾ ਘਟ ਗਿਆ ਸੀਗਾ ਜੀ, ਘਟ ਕੇ ਵੀ ਇੱਕ ਘਰੇ ਐਂ ਹੋਣ ਲੱਗ ਪਿਆ, ਇੰਨੇ ਡੱਕਿਆ ਹੋਇਆ ਨਸ਼ੇ ਚੋਂ ਘਟ ਗਿਆ। ਜਦੋਂ ਉਹਨਾਂ ਨੂੰ ਥੋੜ੍ਹਾ ਜਿਹਾ ਲੱਗਿਆ ਮੈਂ ਵਿਆਹ ਕਰਤਾ ਮੇਰਾ, ਤੇ ਬਸ ਮੇਰੀ ਜ਼ਿੰਦਗੀ ਵਿਆਹ ਦੇ ਵਿੱਚ ਹੀ ਜੀ, ਨਸ਼ੇ ਦੇ ਵਿੱਚ ਹੀ ਮੇਰੀ ਜ਼ਿੰਦਗੀ ਵਿਆਹ ਹੋ ਗਿਆ। ਹਾਂਜੀ। ਕਿਹੜੇ ਕਿਹੜੇ ਨਸ਼ੇ ਵਿੱਚ ਜ਼ਿੰਦਗੀ ਦੇ ਵਿੱਚ ਕੀਤੇ ਆ, ਦਰਸ਼ਕਾਂ ਨੂੰ ਪਤਾ ਲੱਗ ਸਕੇ ਜਿਹਨੇ ਹਟਣਾ ਵੀ ਕਿਹੜੇ ਕਿਹੜੇ ਨਸ਼ੇ ਆ ਜਿਹੜੀ ਉਹ ਜ਼ਿੰਦਗੀ ਦੇ ਵਿੱਚ ਤੁਸੀਂ ਕੀਤੇ ਆ? ਇਹ ਤੁਸੀਂ ਪਹਿਲਾਂ ਮੈਂ ਤੁਹਾਨੂੰ ਸਵਾਲ ਇਹੀ ਪੁੱਛਾਂ, ਤੁਹਾਨੂੰ ਹੀ ਮੈਂ ਕਰਦਾ, ਤੁਸੀਂ ਇਹ ਦੇਖ ਲਓ ਵੀ ਪੰਜਾਬ 'ਚ ਨਸ਼ਾ ਕਿਹੜਾ ਨਹੀਂ ਆਪਣੇ 'ਚ ਵੀ ਕੋਈ ਵੀ। ਮੈਂ ਬਾਈ ਜੀ ਸਿਗਰਟ ਤੋਂ ਲੈ ਕੇ ਚਿੱਟੇ ਤੱਕ ਆਈਸ ਵਗੈਰਾ ਕੋਈ ਨਸ਼ਾ ਛੱਡਿਆ ਨਹੀਂ, ਠੀਕ ਹੈ ਨਾ। ਪਰ ਉਹ ਮੈਨੂੰ ਇਹ ਨਹੀਂ ਪਤਾ ਵੀ ਉਹ ਨਸ਼ਿਆਂ ਦੇ ਵਿੱਚ ਕੀ ਸਾਲਟ ਹੈ, ਕੀ ਕੁਛ ਹੁੰਦਾ। ਮੈਂ ਤਾਂ ਸਿਰਫ ਉਹਨੂੰ ਨਸ਼ਾ ਬਣਾ ਕੇ ਲੱਗੇ ਚੱਲਿਆ ਸੀਗਾ ਵੀ ਇਹ ਨਸ਼ਾ ਹੈਗਾ। ਉਹ ਚਿੱਟਾ ਲਿਆਉਂਦੇ, ਚਿੱਟੇ ਦੀ ਪੂੜੀ ਮੈਂ ਖੋਲ ਕੇ ਨਹੀਂ ਸੀ ਦੇਖਦਾ ਵੀ ਇਹ ਕੀ ਹੈ, ਬਸ ਸਿੱਧੀ ਸਿਰਿੰਜ 'ਚ ਭਰੀ ਆਪਦੇ ਲਾਈ। ਕਿਉਂ ਅੱਜ ਕੱਲ੍ਹ ਮੁੰਡਿਆਂ ਦਾ ਵੀ ਇਹੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਚਿੱਟਾ ਕੀ ਹੈ, ਸਿਰਿੰਜਾਂ ਵਿੱਚ ਹੀ ਰਹੀ ਜਾਂਦੀਆਂ ਨੇਗੀਆਂ, ਠੀਕ ਹੈ ਨਾ। ਇਹ ਇਹਨਾਂ ਵੀ ਕਦੇ ਘਟਨਾ ਹੋਈ ਸੀ ਵੀ ਸਿਰਿੰਜ ਵਿੱਚ ਰਹਿ ਗਈ ਹੋਵੇ? ਹਾਂਜੀ, ਮੇਰੇ ਖੇਤ ਦੇ ਵਿੱਚ ਘਟਨਾ ਹੋਈ ਸੀ। ਮੇਰੇ ਨਾਲ ਦੇ ਜਿਹੜੇ ਮੁੰਡੇ ਸੀਗੇ, ਕੋਈ ਨਹੀਂ ਖੜਦਾ ਹੁੰਦਾ ਬਾਈ ਯਾਰ ਦੋਸਤ, ਕੋਈ ਯਾਰ ਦੋਸਤ ਨਹੀਂ ਖੜੂਗਾ ਤੁਹਾਡੇ ਨਾਲ। ਜਿਹੜੇ ਮੇਰੇ ਨਾਲ 2 ਜਣੇ ਸੀਗੇ ਉਹ ਭੱਜ ਗਏ। ਉਹ ਤਾਂ ਕੁਦਰਤ ਪਰਮਾਤਮਾ ਦੀ, ਮੇਰੇ ਮਾਂ ਪਿਓ ਨੇ ਮੈਨੂੰ ਖੁਰਾਕ ਚੰਗੀ ਲਾ ਲਓ, ਖੁਰਾਕ ਚੰਗੀ ਦੇ ਤੌਰ ਤੇ ਮੈਂ ਬਚ ਗਿਆ। ਜਦੋਂ ਹੋਸ਼ ਆਈ ਮੇਰੇ ਆਸੇ ਪਾਸੇ ਕੋਈ ਵੀ ਨਾ, ਇਕੱਲੀ ਮੇਰੀ ਸਿਰਿੰਜ ਵਿੱਚ ਪਈ ਸੀਗੀ। ਲੱਤ ਦੇ ਵਿੱਚ ਮੈਂ ਨਾੜ ਦੇ ਵਿੱਚ ਲਾਇਆ ਟੀਕਾ, ਉਹ ਟੀਕਾ ਲੱਗ ਗਿਆ ਗਲਤ ਲੱਗਣ ਕਰਕੇ ਲੱਤ ਤਾਂ ਵੈਸੇ ਸੁੱਜ ਗਈ, ਬਹੁਤ ਜ਼ਿਆਦਾ ਸੁੱਜ ਗਈ। ਤੇ ਘਰੇ ਮੈਂ ਬਹਾਨਾ ਮਾਰਿਆ ਇੱਕ ਪੈਸੇ ਬਣਾਉਣ ਦਾ, ਉਹ ਮੈਂ ਲੱਤ ਦਾ ਇਲਾਜ ਨਹੀਂ ਕਰਾਉਣਾ ਚਾਹਿਆ ਵੀ ਮੇਰੀ ਲੱਤ ਦਾ ਮੈਂ ਇਲਾਜ ਕਰਾਵਾਂ ਵੀ ਲੱਤ ਨੂੰ ਕੋਈ ਨੁਕਸਾਨ ਨਾ ਪਹੁੰਚੇ। ਸਿਰਫ ਮੈਨੂੰ ਇਹ ਹੋ ਗਿਆ ਵੀ ਇਹਦੇ ਇੱਕ ਜ਼ਰੀਆ ਬਣ ਗਿਆ ਮੇਰੇ ਕੋਲੇ ਵੀ ਪੈਸੇ ਵਧੀਆ ਬਣਨਗੇ। ਉਹ ਘਰੇ ਬਹਾਨਾ ਮਿਲ ਗਿਆ? ਬਹਾਨਾ ਮਿਲ ਗਿਆ ਜੀ ਮੈਨੂੰ। ਉਹ ਲੱਤ ਸੁੱਜਣ ਦਾ ਆਪਦਾ ਹੀ ਨੁਕਸਾਨ ਮੈਂ ਖੁਦ ਆਪ ਹੀ ਕਰਦਾ ਹੁੰਦਾ ਸੀਗਾ ਵੀ ਮੈਂ ਕਿਹਾ ਮੇਰੇ ਤਾਂ ਸੱਪ ਛੂ ਗਿਆ, ਕਹਿ ਦਿੰਦੇ ਕੀੜਾ ਛੂ ਗਿਆ। ਘਰੇ ਆਂਢ ਗੁਆਂਢ 'ਚ ਵੀ ਹੋ ਗਿਆ ਵੀ ਸੁਖਬੀਰ ਦੀ ਲੱਤ ਨੂੰ ਕੀੜਾ ਛੂ ਗਿਆ। ਮੈਂ ਉਹ ਮੁੰਡਿਆਂ ਨੂੰ ਬਸ ਆ ਜਾਓ ਫਲਾਣੇ ਮੈਨੂੰ ਦਵਾਈ ਦਵਾ ਕੇ ਲਿਆਓ, ਘਰੇ ਪੈਸੇ ਫੜੇ ਨਸ਼ਾ, ਘਰੇ ਫਿਰ ਨਸ਼ਾ। ਇਹ ਚੀਜ਼ਾਂ ਬਾਈ ਜੀ ਬਹੁਤ ਚੱਲੀਆਂ ਨੇ ਵੀ ਬਹੁਤ। ਹੁਣ ਮੈਂ ਤੁਹਾਨੂੰ ਕੀ ਦੱਸਾਂ, ਮੇਰੇ ਰੂਹ ਕੰਮ ਜਾਂਦੇ ਉਹ ਚੀਜ਼ਾਂ ਯਾਦ ਕਰਕੇ। ਜ਼ਮੀਨ ਵੀ ਕਦੇ ਘਰ ਦੇ ਵਿੱਚ ਜ਼ਮੀਨ ਨੂੰ ਵੀ ਕਦੇ ਘਾਟਾ ਪਿਆ? ਹਾਂਜੀ ਬਾਈ ਜੀ, ਹੁਣ ਜ਼ਮੀਨ ਨੂੰ ਤਾਂ ਘਾਟਾ ਪੈਣੇ, ਦੇਖੋ ਕਿਹੜਾ ਕੋਈ ਆਪਾਂ ਆਮ ਨੋਰਮਲ ਜ਼ਿੰਦਗੀ ਆ, ਆਮ ਨੋਰਮਲ ਘਰਾਂ ਦੇ ਧੀ ਪੁੱਤ ਹੈ ਨਾ। ਮੇਰੇ ਕੋਲ 11-12 ਕਿੱਲੇ ਜ਼ਮੀਨ ਦੇ ਸੀਗੇ, ਗਏ ਆੜਤੀਏ ਤੋਂ 2000 ਡੇਲੀ ਦਾ ਮੇਰਾ ਬਣਿਆ ਹੋਇਆ ਸੀ, 2000 ਰੁਪਇਆ ਵੀ ਗਏ 2000 ਰੁਪਇਆ। ਉਹ ਮੋੜਨੇ ਤਾਂ ਉਹਨਾਂ ਦੇ ਸੀਗੇ ਬਥੇਰਾ, ਉਹ ਸਮਝਾਉਂਦੇ ਸੇਠ ਵੀ ਨਾ ਸਕਬੀਰ ਤੂੰ ਐਂ ਨਾ ਕਰ। ਨਿਕਲਿਆ ਇਹ ਜ਼ਿੰਦਗੀ ਦੇ ਵਿੱਚੋਂ ਬਹੁਤ ਮਾੜੀ ਜ਼ਿੰਦਗੀ ਆ। ਪਰ ਉਹ ਜਦੋਂ ਚੜ੍ਹ ਜਾਂਦਾ ਜੀ, ਲੱਖ ਲੁੱਖ ਹੋ ਜਾਂਦਾ, 5-4 ਲੱਖ ਹੋ ਜਾਂਦਾ, ਕਿਤੇ ਅੱਧੀ ਕਨਾਲ ਕਰਾਤੀ ਉਹਨਾਂ ਦੇ ਨਾਂ, ਕਿਤੇ ਕਨਾਲ ਕਰਾਤੀ, ਕਿਤੇ ਕਿਸੇ ਨੂੰ ਵੇਚਤੀ। ਬਸ ਉਹ ਮੈਂ 3 ਕਿੱਲੇ ਬਾਈ ਜੀ ਆਪਦੇ ਜ਼ਮੀਨ ਦੇ ਕਮਾ ਲਏ। ਉਸ ਟਾਈਮ ਦਾ ਮੇਰਾ 45 ਤੋਂ 46 ਰੋਡ ਤੇ ਮੋੜ ਰੋਡ ਤੇ ਜ਼ਮੀਨ ਆ ਜੀ, 45 ਤੋਂ 46 ਲੱਖ ਰੁਪਏ ਦਾ ਕਿੱਲੇ ਦਾ ਰੇਟ ਸੀ। ਤੇ ਅੱਜ ਤਾਂ ਉਹ ਪਰਮਾਤਮਾ ਦੀ ਕਿਰਪਾ ਨਾਲ ਉਹ ਜ਼ਮੀਨ ਦਾ ਕੋਈ ਰੇਟ ਹੀ ਨਹੀਂ ਜੀ ਉੱਥੇ, ਜਿਹੜੇ ਮੈਂ ਉਹ ਗਮਾ ਚੁੱਕਿਆ ਜੀ। ਗੱਲ ਕਰ ਲਈਏ ਤਾਂ ਮਾਂ ਪਿਓ ਤੇ ਭੈਣ ਭਰਾਵਾਂ ਤੋਂ ਬਾਅਦ ਜੇ ਸਹਿਯੋਗ ਹੁੰਦਾ ਤਾਂ ਉਹ ਜੀਵਨ ਸਾਥਣ ਦਾ ਸਹਿਯੋਗ ਹੁੰਦਾ। ਉਹਨਾਂ ਨੇ ਕਦੇ ਚ ਸ਼ਿਕਵਾ ਨਹੀਂ ਕੀਤਾ ਕਿ ਮੈਂ ਕਿਹਦੇ ਨਾਲ ਵਿਆਹੀ ਗਈ, ਮੈਂ ਹੁਣ ਨਰਕ ਭੋਗ ਰਹੀ ਆ, ਮੇਰੀ ਜ਼ਿੰਦਗੀ ਕਿਉਂ ਐ ਹੋ ਗਈ?
ਨਹੀਂ ਸ਼ਿਕਵਾ ਤਾਂ ਦੇਖੋ ਬਾਈ ਜੀ ਇਹ ਜੀ ਤਾਂ ਕੋਈ ਲੇਡੀਜ਼ ਹੋਣੀ ਨਹੀਂ, ਘਰਾਂ ਵਾਲੀ ਹੋਣੀ ਨਹੀਂ ਜਿਹੜੀ ਸ਼ਿਕਵਾ ਨਾ ਕਰੂਗੀ, ਜਿਹੜੀ ਕਰੂਗੀ ਨਹੀਂ ਫਿਰ ਉਹ ਤਾਂ ਘਰ ਕੰਨੀ ਪਿਆਰ ਹੀ ਨਹੀਂ। ਉਹ ਫਿਰ ਮੈਂ ਹੁਣ ਸਮਝਾ ਨਹੀਂ ਸਕਦਾ ਹਨਾ ਵੀ ਉਹ ਫਿਰ ਘਰ ਕੰਨੀ ਪਿਆਰ ਹੀ ਨਹੀਂ, ਬਹੁਤ ਉਹ ਲੜਿਆ ਕਰਨ। ਪਹਿਲਾਂ ਤਾਂ ਮੈਂ ਵਿਆਹ ਤੋਂ 4-5 ਮਹੀਨੇ ਦਾ ਨਹੀਂ ਪਤਾ ਲੱਗਣ ਦਿੱਤਾ, ਮੋਮੋ ਟੈਲੀਆਂ ਵਗੈਰਾ ਮੈਂ ਅੰਦਰ ਖਾਇਆ ਕਰਾਂ, ਉਹਨਾਂ ਨੂੰ ਪਤਾ ਲੱਗ ਗਿਆ ਵੀ ਡੇਲੀ ਉੱਠਣ ਸਾਰੇ ਅੰਦਰ ਵੜਦੇ ਨੇ, ਕੋਈ ਚੀਜ਼ ਤਾਂ ਹੈਗੀ ਆ। ਉਹ ਮੋਮੋ ਟੈਲ ਵੀ ਮੇਰੀਆਂ ਫੜੀਆਂ ਗਈਆਂ, ਫਿਰ ਮੈਂ ਜਾਗਰ ਹੋ ਗਿਆ ਜੀ, ਹੌਲੀ ਹੌਲੀ ਨਸ਼ਾ ਕਰਨ ਲੱਗ ਗਿਆ। ਬਥੇਰਾ ਮੈਨੂੰ ਸਮਝਾਇਆ ਕਰਨ ਪਰ ਨਹੀਂ ਕਰਦੇ ਕਰਾਉਂਦੇ। ਮੇਰੇ ਸਹੁਰਿਆਂ ਸਾਹਿਬ ਦੀ ਡੈਥ ਹੋਈ ਆ, ਵੀ ਮੇਰੇ ਸਹੁਰੇ ਲੈ ਵੀ ਗਏ ਸੀਗੇ ਇਹਨਾਂ ਨੂੰ, ਮੇਰੀ ਮੈਸੇਜ ਨੂੰ ਲੈ ਗਏ ਸੀਗੇ ਵੀ ਇੱਕ ਮੇਰਾ ਡਿਵੋਰਸ ਤੱਕ ਦਾ ਆ ਗਿਆ ਸੀਗਾ। ਪਰ ਇਹ ਐਂ ਲਾ ਲਓ ਵੀ ਕੋਈ ਚੰਗੇ ਘਰ ਦੀ ਧੀ ਲਾ ਲਓ ਹਨਾ, ਮੇਰੇ ਨਾਲ ਕਿਵੇਂ ਲਾ ਲਓ ਵੀ ਇਹ ਕਹਿੰਦੀ ਮੇਰੇ ਇਸੇ ਘਰੇ ਡੋਲੀ ਆਈ ਹੈ ਤੇ ਇਸੇ ਘਰੋਂ ਮੇਰੀ ਅਰਥੀ ਜਾਊਗੀ। ਮੇਰਾ ਬਹੁਤ ਸਾਥ ਦਿੱਤਾ ਹੈ। ਫਿਰ ਮੈਨੂੰ ਸੈਂਟਰ 'ਚ ਛੱਡਣਾ ਚਾਹਿਆ, ਉਦੋਂ ਵੀ ਸੈਂਟਰ ਵਾਲੇ ਆ ਗਏ, ਮੈਨੂੰ ਕਹਿੰਦੇ ਵੀ ਸੈਂਟਰ ਵਾਲੇ ਆ ਗਏ ਸੁਧਰਨਾ, ਕਿਉਂ ਸੈਂਟਰਾਂ ਦੇ ਵਿੱਚ ਅੱਜ ਕੱਲ੍ਹ ਬਾਈ ਜੀ ਮੈਂ ਬੋਲ ਨਹੀਂ ਸਕਦਾ ਕੁਛ, ਠੀਕ ਹੈ ਨਾ, ਵੀ ਉਹ ਸੈਂਟਰ ਵਾਲੇ ਆ ਗਏ ਤੁਸੀਂ ਨਿਕਲ ਜਾਓ, ਪਰਮਾਤਮਾ ਨੇ ਚਾਹਿਆ ਤਾਂ ਆਪਾਂ ਸੁਧਰਾਂਗੇ। ਪਰ ਉਹਨੇ ਮੇਰਾ ਐਡਾ ਕੁ ਸਾਥ ਦਿੱਤਾ ਜੀ, ਬਹੁਤ ਸਮਝਾਉਣਾ ਕਰਨਾ, ਜਿੱਥੇ ਵੀ ਕੋਈ ਮੋਟੀਵੇਸ਼ਨ ਫਿਲਮ ਲੱਗਣੀ, ਕਿਤੇ ਵੀ ਸਾਨੂੰ ਪਤਾ ਲੱਗਣਾ ਵੀ ਗੁਰੂ ਘਰ ਦੇ ਵਿੱਚ ਆਹ ਚੀਜ਼ ਹੋ ਰਹੀ ਆ, ਕਿਤੇ ਕੋਈ ਪ੍ਰਚਾਰਕ ਲੱਗਿਆ ਸੀ ਜਾਣਾ ਹੀ ਜਾਣਾ, ਤੇ ਉਹ ਚੀਜ਼ਾਂ ਨਾਲ ਹੌਲੀ ਹੌਲੀ ਜੀ ਮੇਰੀ ਵਾਪਸੀ ਹੋਣ ਲੱਗੀ ਸੀ ਬਾਈ ਜੀ। ਵਾਪਸੀ ਫਿਰ ਬਈ ਤੁਸੀਂ ਕਿਹੜੇ ਉਹ ਪਲ ਸੀ ਜਦੋਂ ਵਾਪਸੀ ਤੁਸੀਂ ਉਸ ਦਲਦਲ ਚੋਂ ਬਾਹਰ ਕਿਹੜੇ ਤਰੀਕੇ ਨਾਲ ਨਿਕਲੇ, ਫਿਰ ਬਾਹਰ ਕਿਵੇਂ ਆਈ? ਸਭ ਤੋਂ ਵੱਡਾ ਤਾਂ ਬਾਈ ਜੀ ਦਲਦਲ ਦੇ ਵਿੱਚੋਂ ਨਿਕਲਣ ਦਾ ਮੇਰਾ ਕਾਰਨ ਸੀ ਮੇਰੀਆਂ ਧੀਆਂ ਨੇ ਦੋ, ਇੱਕ ਮੇਰੇ 12 ਸਾਲ ਦੀ ਬੇਟੀ ਹੈ, ਇੱਕ ਮੇਰੇ 9 ਸਾਲ ਦੀ ਬੇਟੀ ਹੈ। ਸਕੂਲ ਦੇ ਵਿੱਚ ਮੇਰੇ ਦੌਰਾ ਪਿਆ ਸੀਗਾ, ਉੱਥੋਂ ਬੱਚਿਆਂ ਨੂੰ ਖਿਜਾਉਣ ਲੱਗ ਗਏ ਵੀ ਤੇਰਾ ਪਾਪਾ ਨਸ਼ੇੜੀ ਆ, ਉਹ ਮੇਰੇ ਕੋਲ ਰੋਵੇ, ਬਹੁਤ ਬੁਰਾ ਹਾਲ ਸੀ। ਫਿਰ ਮੇਰੇ ਦਿਮਾਗ ਦੇ ਵਿੱਚ ਬਾਈ ਜੀ ਕੋਈ ਕੁਦਰਤੀ ਪਰਮਾਤਮਾ ਨੇ ਇਹ ਖਿਆਲ ਆਉਣ ਲੱਗ ਗਏ ਵੀ ਜਦੋਂ ਮੈਂ ਆਪਦੇ ਪਾਪੇ ਨੂੰ ਦੇਖ ਕੇ ਨਸ਼ਿਆਂ 'ਚ ਲੱਗਿਆ ਤੇ ਤੇਰੇ ਬੱਚੇ ਵੀ ਜਦੋਂ ਗਲਤ ਹੋ ਗਏ ਉਹਨਾਂ ਨੂੰ ਤੂੰ ਕਿਵੇਂ ਰੋਕੇਂਗਾ, ਉਹਨਾਂ ਨੂੰ ਚੰਗੀ ਐਡਮਿਸ਼ਨ ਨਹੀਂ ਮਿਲਣੀ, ਕੱਲ੍ਹ ਨੂੰ ਚੰਗੇ ਰਿਸ਼ਤੇ ਨਹੀਂ ਹੋਣੇ। ਇਹ ਮੇਰੇ ਦਿਮਾਗ 'ਚ ਗੱਲਾਂ ਆਉਣ ਲੱਗ ਗਈਆਂ ਸੀ। ਪਿਆ ਮੈਂ ਬਹੁਤ ਸੋਚਿਆ ਕਰਾਂ, ਪਰ ਮੈਨੂੰ ਐਂ ਸੀ ਵੀ ਮੇਰੇ 2 ਦਿਨ ਲੰਘ ਜਾਣ, ਕਿਵੇਂ ਲੰਘਣਗੇ 2 ਦਿਨ ਲੰਘ ਜਾਣਾ। ਫਿਰ ਕਿਸੇ ਭਰਾ ਦੀ ਮੈਂ ਮੂਵੀ ਦੇਖ ਕੇ ਆਇਆ ਸੀ, ਮੋਟੀਵੇਸ਼ਨ, ਬਹੁਤ ਵਧੀਆ ਮੂਵੀ ਸੀਗੀ, ਠੀਕ ਹੈ ਨਾ। ਉਹ ਬਾਈ ਦੀਆਂ ਫਿਲਮਾਂ ਵੀ ਆਈਆਂ ਨਸ਼ਾ ਛੱਡ ਕੇ, ਚੰਗਾ ਉਹਦਾ ਨਾਂ ਹੋਇਆ। ਮੈਨੂੰ ਵੀ ਇਹ ਲੱਗਿਆ ਵੀ ਮੈਂ ਵੀ ਇਹਦੇ ਤੋਂ ਵੱਧ ਕੁਛ ਕਰੀ ਬੈਠਾ, ਤੇ ਜੇ ਇੱਕ ਆਪਾਂ ਕੋਸ਼ਿਸ਼ ਕਰੀਏ ਕੀ ਪਤਾ ਪਰਮਾਤਮਾ ਆਪਾਂ ਨੂੰ ਵੀ ਉਹ ਕਰ ਦੇ। ਮੈਂ ਦਵਾਈ ਲੈਤੀ ਬਾਈ ਜੀ, 3 ਮਹੀਨੇ ਆਪਦੇ ਕਮਰੇ ਦੇ ਵਿੱਚ ਆਪਦੇ ਆਪ ਨੂੰ ਅੰਦਰ ਬੰਦ ਕਰਤਾ ਵੀ ਜਾਂ ਤਾਂ ਤੇ ਮੇਰੀ ਲਾਸ਼ ਹੀ ਨਿਕਲੂ ਤੇ ਜਾਂ ਫਿਰ ਮੈਂ ਕੁਛ ਬਣ ਕੇ ਨਿਕਲੂੰਗਾ। ਦਵਾਈ ਲੈਤੀ, ਚੰਗੀਆਂ ਮੋਟੀਵੇਸ਼ਨ ਫਿਲਮਾਂ ਦੇਖਦਾ, ਪ੍ਰਚਾਰਕ ਸੁਣਦਾ, ਤੇ ਮੈਨੂੰ ਪਰਮਾਤਮਾ ਹੌਲੀ 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 ਸੈੱਟ ਹੁੰਦਾ ਗਿਆ ਸਰੀਰ। ਮਨ ਨੂੰ ਸਮਝ ਆਇਆ, ਮਨ ਤੋਂ ਕੋਈ ਵੀ ਵੱਡੀ ਚੀਜ਼ ਨਹੀਂ ਆ, ਮਨ ਕੋਈ ਵੀ ਉਹ ਚੀਜ਼ ਜਿਹੜਾ ਬੰਦਾ ਨਹੀਂ ਕਰ ਸਕਦਾ, ਤੁਸੀਂ ਮਨ ਨੂੰ ਸਮਝਾ ਲਿਆ। ਹਾਂ ਬਾਈ ਜੀ, ਇਨਸਾਨ ਧਾਰ ਲੈਣਾ ਇੱਕ ਵਾਰੀ ਵੀ ਮੈਂ ਆਹ ਪਹੁੰਚਣਾ ਹੈ। ਮੈਂ ਇਹੀ ਚੀਜ਼ਾਂ ਦੇਖਦਾ ਹਾਂ, ਵੱਡੇ ਵੱਡੇ ਖਿਡਾਰੀ ਆ, ਉਹ ਜੰਮਦੇ ਤਾਂ ਖਿਡਾਰੀ ਨਹੀਂ ਸੀ ਬਣੇ, ਮਿਹਨਤ ਕੀਤੀ ਖਿਡਾਰੀ ਬਣੇ। ਵੱਡੇ ਵੱਡੇ ਬਿਜ਼ਨਸਮੈਨ ਹੈ, ਉਹ ਸ਼ੁਰੂ ਤੋਂ ਤਾਂ ਬਣੇ ਨਹੀਂ, ਠੀਕ ਹੈ ਨਾ। ਜੇ ਮਿਹਨਤ ਕਰਾਂਗੇ ਤਾਂ ਸਭ ਕੁਛ ਹੋਊਗਾ। ਹਾਂ ਸਰੀਰ ਨੂੰ ਥੋੜ੍ਹੀ ਘਣੀ ਤਕਲੀਫ ਹੁੰਦੀ ਹੈ, ਜੇ ਅੱਗੇ ਵਧਣਾ ਫਿਰ ਭਰਾ ਆਪਣੇ ਕਹਿ ਦਿੰਦੇ ਆ ਬਾਈ ਤੋੜ ਲੱਗਦੀ ਸੀ, ਬਾਈ ਆਹ ਹੁੰਦੀ, ਫਿਰ ਉਹ ਤੋੜਾਂ ਤਾੜਾਂ ਰੱਖ ਦਿਓ ਪਰੇ। ਵੱਧ ਤੋਂ ਵੱਧ ਬੁਖਾਰ ਕਿਹੜਾ ਆਪਾਂ ਨੂੰ ਚੜ੍ਹਦਾ ਨਹੀਂ, ਹੋਰ ਕਿਹੜਾ ਆਪਣੇ ਨੁਕਸਾਨ ਨਹੀਂ ਹੁੰਦੇ, ਠੀਕ ਹੈ ਨਾ। ਫਿਰ ਰੱਖ ਦਿਓ ਇੱਕ ਪਾਸੇ ਤੋੜ, ਤੇ ਦੇਖੋ ਇੱਕ ਵਾਰੀ ਤਜਰਬਾ ਕਰਕੇ। ਮੈਂ ਹੁਣ 20 ਸਾਲ ਨਸ਼ੇ ਦੇ ਵਿੱਚ ਗਾਲੇ ਨੇ, ਤੇ ਉਹ 20 ਸਾਲਾਂ ਦੇ ਵਿੱਚ ਮੈਂ ਕਿੰਨਾ ਕੁਛ ਗਾਲਤਾ। ਤੇ ਹੁਣ ਮੈਨੂੰ 3 ਸਾਲ ਹੋ ਗਏ ਜੀ, ਸਾਲ ਹੋ ਗਿਆ ਸੋਸ਼ਲ ਮੀਡੀਆ ਤੇ। ਪਰਮਾਤਮਾ ਨੇ ਮੈਨੂੰ ਸਾਲ 1.5 ਸਾਲ ਦੇ ਵਿੱਚ ਹੀ ਮੈਂ ਤਾਂ ਸੋਚੀ ਨਹੀਂ ਸੀ ਜ਼ਿੰਦਗੀ ਮੇਰੀ ਆਹ ਬਣ ਜੂਗੀ। ਉਹ ਬਸ ਸਿਰਫ ਇਕੱਲੀ ਪਰਮਾਤਮਾ ਨੇ ਕੋਈ ਮਿਹਰ ਕੀਤੀ, ਮਿਹਨਤ ਮੈਂ ਕੀਤੀ ਜੀ। ਅੱਜ ਮੇਰੇ ਦਿਨੋਂ ਦਿਨ ਵੱਧ ਰਹੀ ਜਾਂਦਾ ਮੇਰਾ ਦਿਨ। ਬੋਡੀ ਬਿਲਡਿੰਗ ਤੁਸੀਂ ਕਰ ਰਹੇ ਹੋ ਤਾਂ ਇੱਧਰੋਂ ਫਿਰ ਕਿਵੇਂ ਰਿਜ਼ਲਟ ਮਿਲਿਆ? ਨਸ਼ੇ ਚੋਂ ਵਾਪਸ ਆਉਣਾ, ਉਸ ਤੋਂ ਬਾਅਦ ਬੋਡੀ ਬਿਲਡਿੰਗ ਵੱਲ ਆਉਣਾ, ਇਹ ਬਹੁਤ ਵੱਡੀ ਗੱਲ ਹੈ। ਇੱਧਰੋਂ ਫਿਰ ਕਿਵੇਂ ਆਏ? ਇਹ ਬਾਈ ਜੀ ਮੇਰਾ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਵੀ ਜਦੋਂ ਵੀ ਮੈਨੂੰ ਟਾਈਮ ਲੱਗਦਾ ਮੈਂ ਆਪਦਾ ਸ਼ੌਂਕ ਦੇ ਨਾਲ ਵੀ ਮਹੀਨਾ ਕੁ ਜਿੰਮ ਲਾ ਲਿਆ, 11-12 ਮਹੀਨੇ ਨਸ਼ਾ ਕਰ ਲਿਆ, ਇਹ ਚੀਜ਼ਾਂ ਸੀਗੀਆਂ। ਪਰ ਜਿੰਨੇ ਵੀ ਭਰਾ ਨਸ਼ਿਆਂ ਚੋਂ ਨਿਕਲ ਕੇ ਉਹਨਾਂ ਨੇ ਸਟੋਰੀਆਂ ਆਈਆਂ ਨੇ, ਉਹਨਾਂ ਨੇ ਅਲੱਗ-ਅਲੱਗ ਕੁਛ ਕੀਤਾ। ਕਿਸੇ ਨੇ ਕੋਈ ਬੋਡੀ ਬਿਲਡਿੰਗ ਲਾਈਨ 'ਚ ਕੋਈ ਵੀ ਨਹੀਂ ਸੀ ਆਇਆ। ਤੇ ਇੱਕ ਮੈਨੂੰ ਇਹ ਹੋ ਗਿਆ ਵੀ ਭਰਾ ਕਹਿ ਦਿੰਦੇ ਨਾ ਵੀ ਨਸ਼ਾ ਛੱਡ ਕੇ ਯਾਰ ਸਰੀਰ ਬੇਕਾਰ ਹੋ ਜਾਂਦਾ, ਨਸ਼ਾ ਛੱਡ ਕੇ ਸਰੀਰ ਬੇਕਾਰ ਹੋ ਜਾਂਦਾ। ਵੀ ਇੱਕ ਮੈਂ ਉਹਨਾਂ ਨੂੰ ਦਿਖਾਉਣਾ ਚਾਹੁੰਦਾ ਵੀ ਨਸ਼ਾ ਛੱਡੋ ਬਾਈ, ਸਰੀਰ ਤਾਂ ਉਦੋਂ ਵੀ ਜ਼ਿਆਦਾ ਫਲਾਦ ਬਣਦਾ। ਤੇ ਆਹ ਹੁਣ ਜਿੰਮ ਦੇ ਵਿੱਚ ਮੈਂ 39-40 ਸਾਲ ਦਾ, ਤੇ ਮੈਥੋਂ ਸਾਰੀ ਛੋਟੀ ਉਮਰ ਦੇ ਮੁੰਡੇ ਆ। ਉਹ ਪਰਮਾਤਮਾ ਤੋਂ ਡਰ ਕੇ ਕਹਿੰਦਾ ਕੋਈ ਮੈਂ ਹੰਕਾਰ ਨਹੀਂ ਕਰਦਾ। ਉਹ ਮੇਰੇ ਉਸਤਾਦ ਜੀ ਮੈਨੂੰ ਨਾਲ ਲਾ ਦਿੰਦੇ ਆ, ਤੇ ਸਾਰੇ ਮੇਰੇ ਮੂਹਰੇ ਕਹਿ ਦਿੰਦੇ ਬਾਈ ਠੀਕ ਹੈ। ਕੀ ਕਹਿਣਾ ਚਾਹੁੰਦੇ ਹੋ ਬਾਈ ਯਾਰ, ਅੱਜ ਨੌਜਵਾਨ ਨਸ਼ੇ ਦੇ ਵਿੱਚ ਗਲਤਾਨ ਹੈ, ਨਸ਼ੇ ਦੇ ਵਿੱਚ ਹੈ, ਉਹਨਾਂ ਨੂੰ ਬਾਹਰ ਆਉਣ ਦੇ ਲਈ ਕੀ ਕਹਿਣਾ ਚਾਹੁੰਦੇ ਹੋ, ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਹਾਂਜੀ ਬਾਈ ਜੀ, ਇਹੀ ਹੈ ਵੀ ਸਾਨੂੰ ਹੌਸਲਾ ਮਿਲੇ ਨਾ, ਹੌਸਲਾ ਮਿਲਣਾ ਬਹੁਤ ਬੰਦਾ ਹੁੰਦਾ। ਹੁਣ ਇੱਕ ਮੈਂ ਇਹ 'ਚ ਹੋਰ ਇਹ ਮੇਰੇ ਯਾਦ ਆਈ ਗੱਲ, ਇੱਕ ਆਪਣੇ ਪੰਜਾਬ ਨੂੰ ਬਾਈ ਜੀ ਬਦਨਾਮ ਵੱਧ ਕੀਤਾ ਜਾ ਰਿਹਾ ਨਸ਼ੇ ਦੇ ਵਿੱਚ। ਵੀ ਪੰਜਾਬ ਦੇ ਵਿੱਚ ਨਸ਼ਾ, ਪੰਜਾਬ 'ਚ ਵੀ ਨਸ਼ਾ ਇੰਨਾ ਨਹੀਂ ਹੈਗਾ ਜਿੰਨਾ ਬਾਹਰਲੀਆਂ ਕੰਟਰੀਆਂ 'ਚ ਮੁੰਡਿਆਂ ਦੇ ਫੋਨ ਆਉਂਦੇ ਆ। ਉੱਥੇ ਹੋਮ ਡਿਲੀਵਰੀ ਘਰ ਘਰ ਨਸ਼ਾ ਵਿਕੀ ਜਾਂਦਾ, ਆਸੇ-ਪਾਸੇ ਸਟੇਟਾਂ 'ਚੋਂ ਨਸ਼ਾ ਵਿਕੀ ਜਾਂਦਾ, ਪੀ ਜਾਂਦੇ ਨੇ ਮੁੰਡੇ। ਪਰ ਆਪਣਾ ਪੰਜਾਬ ਨੂੰ ਥੋੜ੍ਹਾ ਜਿਹਾ ਵੱਧ ਬਦਨਾਮ ਕਰਤਾ, ਠੀਕ ਹੈ ਨਾ। ਇਹ ਚੀਜ਼ਾਂ ਕਹਿਣਾ ਚਾਹੂੰਗਾ। ਬਸ ਮੈਂ ਤਾਂ ਇਹੀ ਕਹੂੰਗਾ ਬਾਈ ਤੁਸੀਂ ਨਸ਼ਾ ਛੱਡੋ, ਨਸ਼ਾ ਛੱਡ ਕੇ ਜ਼ਿੰਦਗੀ ਬਹੁਤ ਚੰਗੀ ਜ਼ਿੰਦਗੀ ਆ। ਹੁਣ ਇੱਕ ਛੋਟੀ ਜਿਹੀ ਬੇਨਤੀ ਹੋਰ ਆ, ਜਿਵੇਂ ਪਿੰਡਾਂ ਦੇ ਵਿੱਚ ਕਬੱਡੀ ਦੇ ਗਰਾਊਂਡ ਕਰਾਉਂਦੇ ਨੇ, ਟੂਰਨਾਮੈਂਟ ਕਰਾਉਂਦੇ ਆ। ਜਿਹੜਾ ਵੀ ਪਿੰਡ ਦਾ ਮੁੰਡਾ ਨਸ਼ਾ ਛੱਡਦਾ ਹੈਗਾ ਉਹਨੂੰ ਪਿੰਡ ਗਰਾਊਂਡ ਦੇ ਵਿੱਚ ਸੱਦੋ, ਉਹਦਾ ਨਾਂ ਲਿਓ, ਹੱਲਾਸ਼ੇਰੀ ਮਿਲਦੀ ਹੈ। ਹੋਰ ਵੀ ਮੈਨੂੰ ਸਾਧਿਆ ਜੀ, ਗਰਾਊਂਡਾਂ ਦੇ ਵਿੱਚ ਸਾਧਿਆ ਮੈਨੂੰ। ਬਾਅਦ ਦੇ ਵਿੱਚ ਮੁੰਡੇ ਕਹਿ ਦਿੰਦੇ ਬਾਈ ਅਸੀਂ ਨਸ਼ਾ ਛੱਡਣਾ ਚਾਹੁੰਦੇ ਹਾਂ, ਮੇਰੇ ਨਾਲ ਸੰਪਰਕ ਹੁੰਦਾ ਬਹੁਤ ਮੁੰਡਿਆਂ ਨਾਲ, ਕਿਉਂ ਸੋਸ਼ਲ ਮੀਡੀਆ ਤੇ ਇੱਧਰ ਨਹੀਂ ਦੇਖਦੇ।
ਉਹ ਗਰਾਊਂਡਾਂ ਦੇ ਥਰੂ ਜਾਣਕਾਰੀ ਹੋ ਜਾਂਦੇ ਪੈ ਜਾਂਦੇ ਤੁਸੀਂ ਭਾਈ। ਬਾਈ ਇੱਕ ਨੰਬਰ ਆ, ਜਿਹੜਾ ਕੋਈ ਮੁੰਡਾ ਨਸ਼ਾ ਛੱਡਣਾ ਚਾਹੁੰਦਾ ਤਾਂ ਅਸੀਂ ਬਾਈ ਕਰੇ ਆਪਦਾ ਮੋਬਾਈਲ ਨੰਬਰ ਜ਼ਰੂਰ ਬੋਲ ਦਿਓ, ਜਿਹੜਾ ਕੰਟੈਕਟ ਕਰ ਲਾ ਹੂੰ ਉਹ ਕੰਟੈਕਟ ਕਰ ਲੈਣਗੇ। ਹਾਂਜੀ ਬਾਈ ਜੀ, ਮੇਰਾ ਨੰਬਰ ਹੈ 70097 05756 70097 05756। ਮੇਰਾ ਥੋੜਾ ਜਿਹਾ ਇੱਕ ਟਾਈਮ ਹੈ ਜੀ, ਐਤਵਾਰ ਨੂੰ ਮੈਨੂੰ ਕਦੋਂ ਮਰਜ਼ੀ ਕਰੋ। ਬਾਕੀ ਦਿਨ ਮੈਂ ਜੀ ਤੜਕੇ 5 ਵਜੇ ਤੋਂ ਲੈ ਕੇ 10 ਵਜੇ ਤੱਕ ਜਿਮ 'ਚ, ਸ਼ਾਮ ਨੂੰ ਮੈਂ 4 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਜਿਮ 'ਚ। ਉਸ ਟਾਈਮ ਤੇ ਮੇਰਾ ਭਗਵਾਨ ਪਰ ਇਹ ਹੁੰਦਾ, ਉਦੋਂ ਮੈਂ ਚੱਕ ਵੀ ਨਹੀਂ ਸਕਦਾ। ਤੇ ਇੱਕ ਬੇਨਤੀ, ਹੱਥ ਬੰਨ੍ਹ ਕੇ ਬੇਨਤੀ ਆ, ਰਾਤ ਨੂੰ ਨਾ ਬਾਈ ਜੀ, ਰਾਤ ਨੂੰ ਬਹੁਤ ਡਿਸਟਰਬ ਹਨਾ, ਪੈਗ ਲਾ ਕੇ ਬਾਈ ਸਾਥੋਂ ਪੈਗ ਨਹੀਂ ਛੱਡਿਆ ਜਾਂਦਾ। ਸੋਫੀ ਗੱਲ ਕਰ ਲਿਆ ਕਰੋ, ਵੀਰ ਬਣ ਕੇ ਇਹੀ ਬੇਨਤੀ ਆ। ਗੱਲ ਲੰਮੀ ਜਾ ਵੜਦੀ ਹੈ। ਹਾਂ ਬਹੁਤ ਜ਼ਿਆਦਾ ਜੀ, ਫਿਰ ਨਾ ਤਾਂ ਕੱਟਣ ਜੋਗੇ ਜੇ ਕੱਟਦੇ ਆ ਫਿਰ WhatsApp ਤੇ ਗਾਲ ਭੇਜ ਦਿੰਦੇ ਆ, ਤੂੰ ਐਡਾ ਕਿਹੜਾ। ਇਹ ਬਾਈ ਬਰਦਾਸ਼ਤ ਕਰਨੀਆਂ ਔਖੀਆਂ ਹੋ ਜਾਂਦੀਆਂ ਇਹ ਚੀਜ਼ਾਂ। ਗਰੁੱਪ ਵੀ ਚੱਲਦਾ ਬਈ ਆਪਣਾ। ਮੇਰਾ ਬਈ ਜੀ ਨਸ਼ਾ ਛੱਡੋ ਕੋਡ ਵੱਡੋ ਗਰੁੱਪ ਹੈ, ਉਹਦੇ ਵਿੱਚ ਮੁੰਡੇ ਜਿਹੜੇ ਨਸ਼ਾ ਛੱਡ ਦਿੰਦੇ ਆ ਉਹਨਾਂ ਨੂੰ ਮੈਂ ਐਡ ਕਰ ਲੈਣਾ। ਰੋਜ਼ ਕਾਉਂਸਲਿੰਗ ਤੌਰ ਤੇ ਉਹਨਾਂ ਨੂੰ ਰਿਕਾਰਡਿੰਗ ਪਾਉਂਦੇ ਆ। ਅੱਡੋ-ਅੱਡੀ ਜਿਹੜਾ ਕੋਈ ਨਵੀਂ ਜ਼ਿੰਦਗੀ ਦਾ ਨਵਾਂ ਤਜਰਬਾ ਹੁੰਦਾ ਹੈ, ਠੀਕ ਹੈ ਨਾ, ਕੋਈ ਚੰਗਾ ਭਰਾ ਮਿਲਦਾ ਹੈ, ਉਹ ਰਿਕਾਰਡਿੰਗ ਪਾ ਕੇ ਦੱਸਦੇ ਵੀ ਅੱਜ ਆਹ ਭਰਾ ਮਿਲੇ। ਸਭ ਨੂੰ ਇਹ ਕਿਹਾ ਹੋਇਆ ਵੀ ਤੁਸੀਂ ਸਾਰੀ ਪਾਓ, ਇਕੱਲਾ ਕੋਈ ਐਡਮਿਨ ਵਾਲਾ ਕੰਮ ਨਹੀਂ ਉਹਦੇ 'ਚ, ਵੀ ਸਾਰੀ ਤੁਸੀਂ ਆਪਦੀ ਜ਼ਿੰਦਗੀ ਬਾਰੇ ਦੱਸੋ। ਕਈ ਮੁੰਡੇ ਗਾਉਣ ਲੱਗ ਗਏ ਜੀ, ਕੋਈ ਆਪਦਾ ਹਾਰਮੋਨੀਅਮ ਦਾ ਸ਼ੌਂਕ ਹੋ ਗਿਆ, ਕੋਈ ਅੱਡੋ-ਅੱਡੀ। ਬਾਈ ਬਹੁਤ ਵਧੀਆ ਪਿਆਰ ਮਿਲਿਆ, ਬਹੁਤ ਵਧੀਆ ਪਿਆਰ ਮਿਲਿਆ। ਪਰ ਥੋੜ੍ਹਾ ਜਿਹਾ ਮੈਂ ਕਹੂੰਗਾ ਵੀ ਹੌਸਲਾ ਵਧਾਉਣ ਦੀ ਲੋੜ ਹੈ ਨਾ, ਵੀ ਸਾਨੂੰ ਵੀ ਹੌਸਲਾ ਹੋਵੇ ਯਾਰ, ਬਾਕੀ ਅਸੀਂ ਕੁਛ ਕਰ ਰਹੇ ਹਾਂ। ਧੰਨਵਾਦ ਬਾਈ, ਤੁਸੀਂ ਸਮੇਂ ਦੇ ਵਿੱਚੋਂ ਸਮਾਂ ਦਿੱਤਾ, ਜ਼ਿੰਦਗੀ ਦੇ ਪਹਿਲੂ ਤੁਸੀਂ ਸਾਹਮਣੇ ਰੱਖੇ। ਬਹੁਤ ਬਹੁਤ ਧੰਨਵਾਦ ਜੀ ਬਾਈ ਜੀ, ਬਹੁਤ ਬਹੁਤ ਧੰਨਵਾਦ। ਇਹ ਸੀ ਸੁਖਬੀਰ ਰਾਮਪੁਰੇ ਤੋਂ। ਇਹਨਾਂ ਨੇ ਆਪਦੀ ਨਸ਼ੇ ਦੀ ਜ਼ਿੰਦਗੀ, ਉਹ ਸਮਾਂ ਸੀ ਜਦੋਂ ਇਹ 15-20 ਸਾਲ ਨਸ਼ਾ ਜ਼ਿੰਦਗੀ ਦੇ ਵਿੱਚ ਕੀਤਾ। ਤੇ ਅੱਜ ਵੱਡੀ ਗੱਲ ਹੈ ਕਿ ਬਾਈ ਜਿਮ ਲਾ ਰਹੇ ਸੀਗੇ। ਅੱਜ ਵੱਡੀ ਗੱਲ ਹੈ ਕਿ ਬਾਡੀ ਬਿਲਡਿੰਗ ਕਰ ਰਹੇ ਆ। ਮਨਪੁਰ ਫਿਟਨੈਸ ਜਿਮ ਹੈ, ਮਨਪੁਰ ਕੋਚ ਹੈ ਇਹਨਾਂ ਦੇ। ਤਾਂ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਦੀ ਜਿਮ ਹੈ, ਜਿਮ ਲਾ ਰਹੇ ਆ, ਬਾਡੀ ਬਿਲਡਿੰਗ ਕਰ ਰਹੇ ਆ, ਪਲੇ ਕਰਦੇ ਆ। ਤਾਂ ਇਦਾਂ ਦੀਆਂ ਜਿਹੜੀਆਂ ਪ੍ਰੇਰਨਾਦਾਇਕ ਸਟੋਰੀਆਂ ਹੁੰਦੀਆਂ ਨੇ ਜੋ ਮੋਟੀਵੇਟਡ ਕਰਦੀਆਂ ਨੇ ਦੂਜਿਆਂ ਨੂੰ। ਤਾਂ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ, ਇੱਕ ਵਾਰੀ ਵੀਰ ਨੂੰ ਕੰਟੈਕਟ ਜ਼ਰੂਰ ਕਰ ਲੈਣ। ਤਾਂ ਜੋ ਇਦਾਂ ਦੀਆਂ ਜਦੋਂ ਪ੍ਰੇਰਨਾਦਾਇਕ ਮੋਟੀਵੇਟਡ ਸਟੋਰੀਆਂ ਹੁੰਦੀਆਂ ਨੇ, ਅਸੀਂ ਸਮੇਂ-ਸਮੇਂ ਤੇ ਜਿਹੜੀਆਂ ਉਹ ਸਟੋਰੀਆਂ ਲੈ ਕੇ ਆਉਂਦੇ ਰਹਾਂਗੇ। ਤਦ ਤੱਕ ਆਪਣੇ ਦੋਸਤ ਸਿਮਰਜੀਤ ਸਧਾਣਾ ਨੂੰ ਦਿਓ ਇਜਾਜ਼ਤ। ਕੈਮਰਾਮੈਨ ਸੰਦੀਪ ਸ਼ਰਮਾ ਦੇ ਨਾਲ ਜੁੜੇ ਰਹੋ ਪੰਜਾਬ ਨਿਊਜ਼ ਚੈਨਲ ਦੇ ਨਾਲ। ਧੰਨਵਾਦ।